ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕੁਝ ਵਿਚਾਰ ਸਾਂਝੀ ਕਰਾਂਗੇ ਜੋ ਅੱਜ ਸਮਾਜ ਦੇ ਅੰਦਰ ਬੜੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ, ਜਿਸ ਨੂੰ ਤਰਕ ਆਖਦੇ ਹਨ। ਕਿ ਕੋਈ ਆਖ ਰਿਹਾ ਕਿ ਤਰਕ ਕਰਨਾ ਚਾਹੀਦਾ ਹੈ, ਕੋਈ ਆਖ ਰਿਹਾ ਕਿ ਤਰਕ ਨਹੀਂ ਕਰਨਾ ਚਾਹੀਦਾ। ਹਰ ਕੋਈ ਆਪੋ ਆਪਣੇ ਵਿਚਾਰ ਪੇਸ਼ ਕਰਦਾ ਹੈ। ਗੁਰਬਾਣੀ ਦੀਆਂ ਪੰਗਤੀਆਂ ਤਰਕ ਕਰਨ ਵਾਲੇ ਵੀ ਵਰਤਦੇ, ਗੁਰਬਾਣੀ ਦੀਆਂ ਪੰਗਤੀਆਂ ਨਹੀਂ ਤਰਕ ਕਰਨਾ ਉਹ ਵੀ ਵਰਤ ਰਹੇ ਹਨ। ਸੋ ਹਰ ਕੋਈ ਆਪੋ ਆਪਣੀ ਬੁੱਧ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਨੂੰ ਇਸਤੇਮਾਲ ਕਰ ਰਿਹਾ ਹੈ, ਪਰ ਜਿਹੜੀ ਅਸਲ ਗੱਲ ਹੈ ਉਹ ਅਸੀਂ ਛੱਡ ਦਿੱਤੀ। ਕਿਉਂਕਿ ਗੁਰਬਾਣੀ 'ਚ ਹੀ ਬਚਨ ਹੈ ਕਿ ਗੁਰ ਕੀ ਮਾਤੋਂ ਲੇਹ ਇਹ ਅੰਨੇ, ਕਿ ਜੋ ਗੁਰਬਾਣੀ ਦੀ ਮੱਤ ਹੈ, ਜੇ ਤਾਂ ਅਸੀਂ ਉਸ ਤਰੀਕੇ ਨਾਲ ਤਰਕ ਕਰੀਏ ਤਾਂ ਜਾਇਜ਼ ਹੈ, ਕਿ ਜਦੋਂ ਅਸੀਂ ਆਪਣੀ ਮੱਤ ਨਾਲ ਤਰਕ ਕਰਦੇ ਹਾਂ ਫਿਰ ਉਹ ਨਾਜਾਇਜ਼ ਹੈ। ਇਹਦੇ ਪਰਥਾਏ ਦਸਵੇਂ ਪਾਤਸ਼ਾਹ ਨੇ ਵੀ ਆਖਿਆ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ, ਕਿ ਜਦੋਂ ਤੁਸੀਂ ਆਪਣੀ ਬੁੱਧ ਵਰਤੋਗੇ, ਆਪਣੀ ਸਿਆਣਪ ਨਾਲ ਕਰੋਗੇ, ਤਾਂ ਫਿਰ ਤੁਹਾਡਾ ਵਰਣਨ ਕੀਤਾ ਹੋਇਆ ਭਿੰਨ ਭਿੰਨ ਹੋਵੇਗਾ, ਡਿਫਰੈਂਟ ਹੋਵੇਗਾ। ਇਸੇ ਕਰਕੇ ਫਿਰ ਇਹ ਝਗੜਾ ਹੋ ਜਾਂਦਾ ਹੈ। ਝਗੜੇ ਉਦੋਂ ਵੀ ਹੁੰਦੇ ਸੀ, ਇਹ ਨਹੀਂ ਕਿ ਗੱਲ ਪਾਤਸ਼ਾਹੀਆਂ ਨਾਲ ਝਗੜੇ ਨਹੀਂ ਹੁੰਦੇ ਸੀ, ਝਗੜਾ ਉਦੋਂ ਵੀ ਹੁੰਦਾ। ਉਸ ਝਗੜੇ ਦਾ ਅੱਜ ਦੇ ਝਗੜੇ ਦਾ ਫਰਕ ਹੈ, ਉਹਦੀ ਵੀ ਵਿਚਾਰ ਆਪਾਂ ਅੱਗੇ ਕਰਾਂਗੇ ਵੀ ਕਿਸ ਤਰ੍ਹਾਂ ਫਰਕ ਹੈ। ਸੋ ਤਰਕ ਨੂੰ ਗੁਰਬਾਣੀ ਨੇ ਆਗਿਆ ਦਿੱਤੀ ਹੈ ਕਿ ਤਰਕ ਕਰਨੀ ਹੈ, ਪਰ ਤਰਕ ਕੌਣ ਕਰ ਸਕਦਾ ਇਹ ਵੀ ਦੱਸਿਆ। ਹਰ ਕੋਈ ਤਰਕ ਨਹੀਂ ਕਰ ਸਕਦਾ। ਤਰਕ ਕਰਨ ਦਾ ਵੀ ਕੋਈ ਸਟੈਂਡਰਡ ਹੈ, ਉਹੀ ਤਰਕ ਕਰ ਸਕਦਾ ਜਿਹਦੇ ਕੋਲ ਪੂਰੀ ਜਾਣਕਾਰੀ ਹੈ। ਅਧੂਰੀ ਜਾਣਕਾਰੀ ਵਾਲਾ ਤਰਕ ਨਹੀਂ ਕਰ ਸਕਦਾ, ਕਿਉਂਕਿ ਤਰਕ ਕਰਕੇ ਫਿਰ ਤੁਹਾਨੂੰ ਅਸਲੀਅਤ ਵੀ ਦੱਸਣੀ ਪਵੇਗੀ। ਇਹ ਨਹੀਂ ਵੀ ਤੁਸੀਂ ਕਿਸੇ ਗੱਲ ਤੇ ਤਰਕ ਕਰ ਦਿੱਤਾ ਤੇ ਬਾਅਦ ਚ ਪੁੱਛੇ ਵੀ ਫਿਰ ਸਹੀ ਦੱਸੋ ਕੀ ਹੈ, ਫਿਰ ਤੁਸੀਂ ਕਹੋ ਜੀ ਗੁਰਬਾਣੀ ਚੋਂ ਸਮਝੋ। ਉਹ ਕਹਿੰਦੇ ਵੀ ਤੁਸੀਂ ਤਰਕ ਕੀਤਾ, ਤੁਸੀਂ ਸਹੀ ਜਵਾਬ ਦਿਓ। ਤੇ ਹੁਣ ਜੇ ਤੁਸੀਂ ਗੁਰਬਾਣੀ ਤੋਂ ਸਮਝਣ ਦੀ ਗੱਲ ਕਰੋਗੇ, ਫਿਰ ਗੁਰਬਾਣੀ ਤੋਂ ਤਾਂ ਜਿਸ ਤਰ੍ਹਾਂ ਅਸੀਂ ਵੀ ਸਮਝਦੇ ਹਾਂ ਵੀ ਅਸੀਂ ਵੀ ਠੀਕ ਹਾਂ ਫਿਰ ਤਾਂ, ਕਿਉਂਕਿ ਉਹ ਵੀ ਅੱਖਰੀ ਅਰਥ ਕਰਦੇ ਆ, ਉਹ ਵੀ ਅੱਖਰੀ ਅਰਥ ਕਰਦੇ ਆ। ਅੱਖਰੀ ਅਰਥਾਂ ਦੇ ਉੱਪਰ ਦੋਨੇ ਸਹੀ ਹੋ ਜਾਂਦੇ ਆ, ਪਰ ਗੁਰਬਾਣੀ ਦੇ ਤੋਂ ਜਦੋਂ ਅਰਥ ਹੁੰਦੇ ਆ ਤਾਂ ਆਤਮਿਕ ਪੱਧਰ ਤੇ ਹੁੰਦੇ ਆ, ਫਿਰ ਦੋਨੇ ਝੂਠੇ ਹੋ ਜਾਂਦੇ ਆ। ਗੁਰਬਾਣੀ ਜਿਸ ਵੇਲੇ ਪਾਤਸ਼ਾਹੀਆਂ ਜਾਂ ਭਗਤ ਸਾਹਿਬਾਨਾਂ ਨੇ ਬੋਲੀ ਲਿਖਦੇ ਸੀ ਜਾਂ ਬੋਲਦੇ ਸੀ, ਉਹ ਵੀ ਰੱਜ ਕੇ ਤਰਕ ਕਰਦੇ ਸੀ, ਪਰ ਉਹਨਾਂ ਦੇ ਤਰਕ ਦੇ ਅੰਦਰ ਦੂਸਰੇ ਦਾ ਭਲਾ ਸੀ। ਹਾਂ, ਅਗਲਾ ਨਹੀਂ ਮੰਨਦਾ ਭਲਾ, ਉਹ ਗੱਲ ਵੱਖਰੀ ਹੈ, ਪਰ ਉਹਨਾਂ ਨੇ ਕਦੇ ਵੀ ਵੈਰ ਵਿਰੋਧ ਰੱਖ ਕੇ ਨਹੀਂ ਸੀ ਕੀਤੀ ਗੱਲ। ਗੁਰਮੁਖ ਵੈਰ ਵਿਰੋਧ ਗਵਾਵੇ, ਉਹਦਾ ਗਵਾਇਆ ਹੋਇਆ ਸੀ। ਸੋ ਆਪਾਂ ਵਿਚਾਰ ਕਰਦੇ ਹਾਂ ਤਰਕ ਬਾਰੇ। ਤਰਕ ਉਸ ਤੀਰ ਹਥਿਆਰ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਝੂਠ ਨੂੰ ਕੱਟ ਦੇਣ ਦੀ ਸਮਰੱਥਾ ਹੁੰਦੀ ਹੈ। ਝੂਠ ਤੇ ਭਰਮ ਜਾਲ ਨੂੰ ਪੂਰੀ ਤਰ੍ਹਾਂ ਕੱਟ ਦੇਣ ਦੀ ਸਮਰੱਥਾ ਰੱਖਣ ਵਾਲੇ ਨੂੰ ਤਰਕ ਗਿਆਨੀ ਦੇ ਹਿਰਦੇ ਦੀ ਉਪਜ ਕਹਿੰਦੇ ਆ। ਵਿਵੇਕ ਬੁੱਧ ਨੂੰ ਗੁਰਬਾਣੀ ਵਿੱਚ ਇਸੇ ਲਈ ਗਿਆਨ ਖੜਗ ਵੀ ਆਖਿਆ। ਗਿਆਨ ਖੜਗ ਲੈ ਮਨ ਸਿਉ ਲੁਝੈ। ਪਹਿਲਾਂ ਤਾਂ ਆਪਣੇ ਮਨ ਤੇ ਤਰਕ ਕਰਨਾ, ਜਦੋਂ ਮਨ ਨੂੰ ਹਰਾ ਦਿੱਤਾ ਫਿਰ ਦੂਜੇ ਤੇ ਤਰਕ ਕਰ ਸਕਦੇ। ਪਹਿਲਾਂ ਤਰਕ ਨਹੀਂ ਕਰ ਸਕਦੇ, ਪਹਿਲਾਂ ਤਾਂ ਆਪ 'ਚ ਹੀ ਬਹੁਤ ਸ਼ੇਕ ਨੇ। ਭਾਵ ਕਿ ਆਪਣੇ ਆਪ ਨੂੰ ਪਹਿਲਾਂ ਪੂਰਾ ਪ੍ਰਪੇਅਰ ਕਰਨਾ ਕਿ ਕੱਲ੍ਹ ਨੂੰ ਮੇਰੇ ਤੇ ਕੋਈ ਵਾਰ ਕਰੇ ਤਾਂ ਮੈਂ ਉਹਦਾ ਜਵਾਬ ਦੇ ਸਕਾਂ। ਇਹ ਨਾ ਹੋਵੇ ਵੀ ਮੈਂ ਅਗਲੇ ਤੇ ਸਵਾਲ ਹੀ ਸਵਾਲ ਕਰੀ ਚੱਲਾਂ, ਤਰਕਾਂ ਹੀ ਤਰਕਾਂ ਕਰੀ ਚੱਲਾਂ, ਜਦੋਂ ਅਗਲਾ ਮੈਨੂੰ ਸਵਾਲ ਕਰੇ ਫਿਰ ਮੈਨੂੰ ਕੋਈ ਜਵਾਬ ਨਾ ਆਵੇ। ਸੋ ਗੁਰਮਤਿ ਵਿੱਚ ਐਸਾ ਨਹੀਂ ਹੈ।
ਗੁਰਮਤਿ ਕਹਿੰਦੀ ਹੈ ਪ੍ਰਥਮੇ ਮਨ ਪ੍ਰਬੋਧ ਹੈ ਆਪਣਾ, ਪਹਿਲਾਂ ਆਪਣੇ ਮਨ ਦੇ ਉੱਪਰ ਪ੍ਰਬੋਧ ਕਰ, ਪਾਛੇ ਅਵਰੀ ਰਿਝਾਵੈ, ਫਿਰ ਦੂਜੇ ਦੀ ਗੱਲ ਕਰੀ। ਫਿਰ ਜਦੋਂ ਦੂਜੇ ਦੇ ਤਰਕ ਕਰੇਗਾ ਤੇਰੇ ਕੋਲ ਜਵਾਬ ਵੀ ਹੋਊਗਾ। ਸੋ ਗਿਆਨ ਖੜਗ ਨੂੰ ਗੁਰਬਾਣੀ ਵਿੱਚ ਆਖਿਆ ਗਿਆ, ਗਿਆਨ ਨੂੰ ਖੜਗ ਆਖਿਆ ਗਿਆ। ਇਸ ਵਿੱਚ ਹਰ ਪ੍ਰਕਾਰ ਦੇ ਪਖੰਡਵਾਦ ਨੂੰ ਨੰਗਾ ਕਰ ਦੇਣ ਦੀ ਸਮਰੱਥਾ ਹੁੰਦੀ ਹੈ ਅਤੇ ਭਰਮ ਗਿਆਨ ਦੀ ਕੋਈ ਵੀ ਦਲੀਲ ਇਸ ਦੇ ਅੱਗੇ ਟਿਕ ਨਹੀਂ ਸਕਦੀ। ਫਿਰ ਵੀ ਤਰਕ ਦੇ ਦੋ ਰੂਪ ਹਨ, ਇੱਕ ਤਰਕ ਹੈ ਅਤੇ ਇੱਕ ਕੁਤਰਕ ਹੈ, ਜਿਹਨੂੰ ਅਸੀਂ ਹੁਜਤ ਕਹਿ ਦਿੰਦੇ ਹਾਂ। ਮਨ ਹਰਾਮੀ ਹੁਜਤਾਂ ਢੇਰ, ਚਲਾਕੀ ਕਰਨੀ, ਹੁਜਤ ਕਰਨੀ, ਹੇਰ ਫੇਰ ਕਰਨੀ, ਵਾਦ ਵਿਵਾਦ ਕਰਨਾ, ਇਹ ਹੁਜਤ ਹੈ, ਇਹ ਕੁਤਰਕ ਹੈ। ਤਾਂ ਹੀ ਗੁਰਬਾਣੀ ਨੇ ਲਿਖਿਆ ਵਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ, ਕਿ ਵਾਦ ਵਿਵਾਦ ਨਹੀਂ ਕਰਨਾ, ਸੰਵਾਦ ਕਰਨਾ। ਜੇ ਕਿਸੇ ਚੀਜ਼ ਦਾ ਤੁਹਾਨੂੰ ਪਤਾ ਲੱਗ ਗਿਆ, ਸੋਝੀ ਆ ਗਈ, ਤੁਸੀਂ ਦੂਸਰੇ ਨਾਲ ਸੰਵਾਦ ਕਰੋ। ਫਿਰ ਜੇ ਉਹ ਕੁਛ ਬੋਲਦਾ ਮੁਰੇ ਉਹਨੂੰ ਵੀ ਸੁਣੋ। ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ, ਸੁਣੋ, ਉਹਦੀ ਗੱਲ ਨੂੰ ਵਿਚਾਰੋ। ਜੇ ਤੁਹਾਡੇ ਕੋਲ ਉਹਦੇ ਨਾਲੋਂ ਜ਼ਿਆਦਾ ਵੱਡਾ ਸਟੈਂਡਰਡ ਆ ਤਾਂ ਤੁਸੀਂ ਉਹਨੂੰ ਦੱਸੋ ਵੀ ਗੱਲ ਆ ਹੈ ਅਸਲ ਵਿੱਚ। ਸੋ ਤਰਕ ਅਤੇ ਕੁਤਰਕ, ਜਿਹਨੂੰ ਅਸੀਂ ਹੁਜਤ ਕਹਿ ਦਿੰਦੇ ਹਾਂ, ਕੁਤਰਕ ਨੂੰ, ਭਰਮ ਗਿਆਨੀਆਂ ਦੇ ਤਰਕ ਨੂੰ ਤਾਂ ਅਸਲ ਵਿੱਚ ਵਿਤਰਕ ਵਾ ਹੁਜਤ ਹੀ ਆਖਿਆ ਜਾਣਾ ਚਾਹੀਦਾ, ਪਰ ਭਰਮ ਗਿਆਨੀ ਇਸ ਨੂੰ ਹੀ ਤਰਕ ਆਖੀ ਜਾਂਦੇ ਨੇ। ਇਸ ਲਈ ਗੁਰਬਾਣੀ ਅੰਦਰ ਭਰਮ ਗਿਆਨੀ ਵਿੱਚੋਂ, ਭਰਮ ਗਿਆਨ ਵਿੱਚੋਂ ਉਪਜੇ ਕੁਤਰਕ ਨੂੰ ਤਰਕ ਆਖ ਕੇ ਹੀ ਨਿੰਦਿਆ ਗਿਆ। ਗੁਰਬਾਣੀ ਵਿੱਚ ਵਚਨ ਹੈ ਪਾਤਸ਼ਾਹ ਦਾ, ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨਾ ਜਾਣੇ। ਕਹਿੰਦੇ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨਾ ਜਾਣੇ। ਕਹਿੰਦੇ ਵੇਦ ਸ਼ਾਸਤਰ ਕੋ ਤਰਕਨ ਲਾਗਾ, ਤਤ ਜੋਗ ਨਾ ਪਛਾਣੇ। 381 ਪੰਨੇ ਤੇ ਪਾਤਸ਼ਾਹ ਕਹਿੰਦੇ ਇੱਥੇ ਸਤਿਗੁਰ ਜੀ ਤਤ ਗਿਆਨ ਤੋਂ ਸੱਖਣੇ, ਭਗਤੀ ਦੀ ਸੋਝੀ ਤੋਂ ਅਣਜਾਣ ਕਿਸੇ ਭਰਮ ਗਿਆਨੀ ਨੂੰ ਆਖ ਰਹੇ ਹਨ ਕਿ ਤੂੰ ਆਪ ਤਾਂ ਅਗਿਆਨੀ ਹੈ, ਤੈਨੂੰ ਪਤਾ ਤਾਂ ਹੈ ਨਹੀਂ ਕਿ ਭਗਤੀ ਕੀ ਹੁੰਦੀ ਹੈ, ਇਸ ਦਾ ਤੈਨੂੰ ਕੋਈ ਚੇਤਾ ਵੀ ਨਹੀਂ, ਪਰ ਤੂੰ ਵੇਦ ਤੇ ਸ਼ਾਸਤ ਭਾਵ ਤਤ ਗਿਆਨ ਤੇ ਤਰਕ ਕਰ ਰਿਹਾ। ਜਿਸ ਅੰਦਰ ਮਨ ਨੂੰ ਕਲਪਨਾ ਰਹਿਤ ਕਰਨ ਦੀ ਸਮਰੱਥਾ ਹੈ ਉਹ ਵੇਦ ਹੈ। ਵੇਦ ਦਾ ਅਰਥ ਹੈ ਆਤਮਿਕ ਸੁਗਿਆਨ। ਵੇਦ ਕੋਈ ਗ੍ਰੰਥ ਨਹੀਂ ਹੁੰਦਾ। ਗ੍ਰੰਥ ਦੇ ਅੰਦਰ ਜਿਹੜਾ ਗਿਆਨ ਲਿਖਿਆ ਹੁੰਦਾ, ਸੁਗਿਆਨ ਲਿਖਿਆ ਹੁੰਦਾ, ਉਹਨੂੰ ਵੇਦ ਕਹਿੰਦੇ। ਵੇਦ ਚੇਤਨ ਹੁੰਦਾ ਹੈ। ਤਤ ਗਿਆਨ ਤੇ ਤਰਕ ਕਰ ਰਿਹਾ ਹੈ। ਸੋ ਵੇਦ ਦਾ ਅਰਥ ਹੈ ਆਤਮਿਕ ਸੁਗਿਆਨ, ਤੇ ਸ਼ਾਸਤ ਦਾ ਅਰਥ ਹੁੰਦਾ ਸੰਭਾਲ ਕਰਨ ਦੀ ਸਮਰੱਥਾ। ਜਿਵੇਂ ਕਿਰਪਾਨ ਹੁੰਦੀ ਹੈ, ਕਿਰਪਾਨ ਨੂੰ ਸੰਭਾਲਣ ਵਾਸਤੇ ਦਸਤਾ ਹੁੰਦਾ, ਮਿਆਨ ਹੁੰਦਾ। ਇਸੇ ਤਰ੍ਹਾਂ ਜਿਹੜਾ ਵੇਦ ਹੈ ਇਹ ਆਤਮਿਕ ਸੁਗਿਆਨ ਹੈ, ਖੜਗ ਹੈ, ਗਿਆਨ ਖੜਗ ਹੈ। ਇਹ ਪੈਣੀ ਵੀ ਹੈ ਕਾਸੇ ਵਿੱਚ, ਗਿਆਨ ਖੜਗ ਨੂੰ ਪਾ ਕੇ ਵੀ ਰੱਖਣਾ ਕਾਸੇ ਵਿੱਚ। ਉਹ ਹੈ ਸ਼ਾਸਤ, ਉਹ ਹੈ ਧੀਰਜ, ਉਹ ਹੈ ਹੌਸਲਾ, ਉਹ ਹੈ ਬਰਦਾਸ਼ਤ ਸ਼ਕਤੀ, ਉਹ ਹੈ ਅਜਰ ਅਵਸਥਾ, ਕਿ ਉਦੋਂ ਕੱਢਣੀ ਹੈ ਜਦੋਂ ਲੋੜ ਪੈਂਦੀ ਹੈ, ਐਵੇਂ ਨਹੀਂ ਹੈ। ਪਹਿਲਾਂ ਵਿਚਾਰਾਂ ਕਰਨੀਆਂ ਨੇ। ਕਈ ਵਾਰ ਬੰਦਾ ਵਿਚਾਰਨ ਵਾਲੀ ਗਲਤ ਵਿਚਾਰ ਹੁੰਦੀ ਆ, ਉਹਦੇ ਨਾਲ ਬੈਠ ਕੇ ਵਿਚਾਰ ਕੀਤੀ ਉਹ ਮਰ ਜਾਂਦਾ। ਤਰਕ ਉਦੋਂ ਜਾ ਕੇ ਕਰਨ ਦੀ ਆਗਿਆ ਜਦੋਂ ਐਨ ਕੋਈ ਵਾਹ ਨਾ ਚੱਲੇ ਵੀ ਹੁਣ ਇੱਥੇ ਤਰਕ ਕਰਨਾ ਪੈਣਾ, ਕਿਉਂਕਿ ਇਹਨਾਂ ਨੇ ਤਾਂ ਸਾਰੀ ਦੁਨੀਆ ਹੀ ਗਲਤ ਰਾਹ 'ਤੇ ਪਾ ਦੀ। ਧਰਮ ਦੇ ਜਿਹੜੇ ਵੱਡੇ ਵੱਡੇ ਉਸ ਵੇਲੇ ਆਗੂ ਸੀ, ਰਿਸ਼ੀ ਮੁਨੀ ਸੀ, ਪੰਡਤ ਸੀ, ਮੁੱਲਾ ਸੀ, ਕਾਜੀ ਸੀ, ਉਹਨਾਂ ਦੇ ਉੱਪਰ ਜਾ ਕੇ ਫਿਰ ਪਾਤਸ਼ਾਹੀਆਂ ਨੇ ਜਾਂ ਭਗਤਾਂ ਨੇ ਤਰਕ ਕੀਤਾ। ਪਹਿਲਾਂ ਉਹਨਾਂ ਨਾਲ ਵਿਚਾਰਾਂ ਕੀਤੀ, ਪਰ ਜਦੋਂ ਵਿਚਾਰਾਂ 'ਚੋਂ ਮੰਨੇ ਹੀ ਨਹੀਂ, ਫਿਰ ਉਹਨਾਂ ਦੇ ਤਰਕ ਕੀਤਾ ਵੀ ਤੁਸੀਂ ਜਾਣ ਕੇ ਕਰਦੇ ਹੋ, ਮਤਲਬ ਤੁਹਾਨੂੰ ਸਾਰਾ ਪਤਾ, ਜਾਣ ਕੇ ਰਾਹ ਖਰਾਬ ਕਰਦੇ ਹੋ ਤੁਸੀਂ। ਫਿਰ ਉਹਨਾਂ ਦਾ ਵਿਰੋਧ ਕੀਤਾ।
ਕਿ ਤੁਸੀਂ ਹਜੇ ਵੀ ਤੁਹਾਡੇ ਕੋਲ ਸਮਾਂ ਹੈ, ਅਜੂ ਕਿਛ ਵਿਗੜਿਓ ਨਾਹੀ ਜਾਂ ਮੈਂ ਹਰ ਗੁਣ ਹੁਣ ਵੀ ਬਾਣੇ ਵਿੱਚ ਆ ਜਾਓ। ਕਿਉਂ ਲੋਕਾਂ ਦਾ ਰੱਖ ਰੱਖ ਕੂੜ ਡੁੱਬੈ ਪੂਰ, ਪਹਿਲਾਂ ਪੂਰਾਂ ਦੇ ਪੂਰ ਡੋਬਦੇ ਤੁਸੀਂ। ਸੋ ਉੱਥੇ ਜਾ ਕੇ ਤਰਕ ਕੀਤੀ ਜਾਂਦੀ ਹੈ, ਪਹਿਲਾਂ ਵਿਚਾਰ ਹੀ ਹੈ। ਗੁਰਬਾਣੀ ਥਾਂ ਥਾਂ ਦੇ ਵਿਚਾਰ ਕਰਨ ਦੀ ਗੱਲ ਆਖਦੀ। ਸੋ ਇਸ ਲਈ ਵੇਦ ਸ਼ਾਸਤਰ ਦੇ ਅਰਥ ਉਹ ਗਿਆਨ ਹੈ ਜਿਸ ਵਿੱਚ ਮਨ ਨੂੰ ਜਿੱਤ ਲੈਣ ਦੀ ਸਮਰੱਥਾ ਹੋਵੇ। ਜਦੋਂ ਬੁੱਧੀ ਇਸ ਤੱਤ ਗਿਆਨ ਨੂੰ ਸਮਝ ਲੈਂਦੀ ਹੈ ਤਾਂ ਉਹ ਮਨ ਨੂੰ ਆਪ ਹੁਦਰੀਆਂ ਸੋਚਣ ਤੋਂ ਰੋਕ ਦੇਣ ਦੀ ਸਮਰੱਥਾ ਰੱਖਦੀ ਹੈ। ਇਸੇ ਨੂੰ ਗੁਰਬਾਣੀ ਵਿੱਚ ਮਨ ਜੀਤੈ ਜਗਜੀਤ ਕਿਹਾ ਗਿਆ, ਜਿਸ ਤੋਂ ਭਾਵ ਹੈ ਕਿ ਜੋ ਬੁੱਧ ਮਨ ਨੂੰ ਜਿੱਤਣ ਦੀ ਸਮਰੱਥਾ ਪ੍ਰਾਪਤ ਕਰ ਲੈਂਦੀ ਹੈ, ਉਸ ਦੇ ਅੱਗੇ ਹੋਰ ਦੁਨੀਆ ਦੀ ਅਕਲ ਟੇਕ ਨਹੀਂ ਸਕਦੀ। ਜਿਹਨੇ ਆਪਣਾ ਮਨ ਜਿੱਤਿਆ ਹੋਇਆ ਉਹਦੇ 'ਤੇ ਫਿਰ ਕੋਈ ਚੀਜ਼ ਦਾ ਪ੍ਰਭਾਵ ਨਹੀਂ ਪੈਂਦਾ, ਭਾਵ ਕਿ ਮਾਇਆ ਦੀ ਜਿੰਨੀਆਂ ਮਰਜ਼ੀ ਦਲੀਲਾਂ ਦੇਈ ਚੱਲੋ। ਜਦ ਕਿ ਆਪਣੀ ਜਿਹੀ ਬੁੱਧ ਦੂਸਰੇ ਦੀ ਨਾਲ ਟਕਰਾਉਂਦੀ ਨਹੀਂ, ਕਿਉਂਕਿ ਉਹ ਇੱਕ ਰੂਪ ਹੀ ਹੁੰਦੀਆਂ ਹਨ, ਜਿਵੇਂ ਏਕ ਜੋਤ ਦੋਇ ਮੂਰਤੀ। ਜੇ ਬਾਹਰੀ ਪ੍ਰਮਾਣ ਦੇਖਣਾ ਤੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਸਨ ਤੇ ਕਬੀਰ ਸਾਹਿਬ ਜੀ, ਕਬੀਰ ਸਾਹਿਬ ਜੀ ਦੇ ਧਰੂੰ ਪ੍ਰਹਲਾਦ ਜੀ, ਇੱਕੋ ਹੀ ਗੱਲ ਸੀ ਸਾਰਿਆਂ ਦੀ। ਸਰੀਰ ਕਰਕੇ ਕਿੰਨਾ ਕਿੰਨਾ ਸਮਾਂ ਡਿਫਰੈਂਟ ਹੈ, ਪਰ ਸੁਰਤ ਕਰਕੇ ਸਾਰੇ ਇੱਕੋ ਹੀ ਨਹੀਂ। ਏਕ ਜੋਤ, ਇੱਕੋ ਹੀ ਸੁਗਿਆਨ ਹੈ, ਇੱਕੋ ਹੀ ਜੀਵਾਤਮਾ, ਇੱਕੋ ਜਿਹੀ ਸੁਗਿਆਨ ਹੈ, ਕੋਈ ਵਿਰੋਧ ਨਹੀਂ ਇਹਨਾਂ ਦੇ ਵਿੱਚ ਆਪਸ ਵਿੱਚ। ਪਰ ਜਿਹੜੇ ਅੱਜ ਉਹਨਾਂ ਨੂੰ ਅਨੁਯਾਈ ਨੇ ਉਹਨਾਂ ਦਾ ਆਪਸ ਵਿੱਚ ਵਿਰੋਧ ਹੈ। ਗੁਰਬਾਣੀ ਇੱਕ ਹੈ ਤੇ ਗੁਰਬਾਣੀ ਨੂੰ ਮੰਨਣ ਵਾਲਿਆਂ ਦਾ ਨਿੱਤ ਝਗੜਾ ਹੈ, ਕਿਉਂਕਿ ਗਿਆਨ ਤੋਂ ਸਖਣੇ ਨੇ। ਸੰਸਾਰੀ ਗਿਆਨ ਤਾਂ ਹੈ, ਨਿਰਾਕਾਰੀ ਗਿਆਨ ਨਹੀਂ ਹੈ। ਨਿਰਾਕਾਰੀ ਗਿਆਨ ਤੋਂ ਬਿਨਾਂ ਇੱਕ ਨਹੀਂ ਹੋ ਸਕਦੇ। ਤੋ ਇਸੇ ਕਰਕੇ ਉਹਨਾਂ ਦੀ ਫਿਰ ਆਪਸ ਵਿੱਚ ਟਕਰਾਅ ਰਹਿੰਦਾ। ਤਾਂ ਹੀ ਪਾਤਸ਼ਾਹ ਨੇ ਬਚਨ ਲਿਖਿਆ, ਏਕ ਜੋਤ ਦੋਇ ਮੂਰਤੀ। ਸਰੀਰ ਭਾਵੇਂ ਜਿੰਨੇ ਮਰਜ਼ੀ ਹੋਣ, ਪਰ ਜਦੋਂ ਸੁਰਤ ਇੱਕ ਰਹਿੰਦੀ ਹੈ, ਹੁਕਮ ਨਾਲ ਜੁੜੀ ਰਹਿੰਦੀ ਹੈ। ਦੂਜੇ ਪਾਸੇ ਜਦੋਂ ਭਰਮ ਗਿਆਨੀ ਤੱਤ ਗਿਆਨ ਨੂੰ ਤਰਕਦਾ ਹੈ, ਉਸ ਦੇ ਅੰਦਰ ਇਸ ਤਰਕ ਨੂੰ ਗੁਰਬਾਣੀ ਅੰਦਰ ਹੁਜਤ ਆਖਿਆ ਗਿਆ। ਪੰਨਾ 352 ਉੱਪਰ ਪਾਤਸ਼ਾਹ ਕਹਿੰਦੇ ਆ, ਗੁਰਮਤਿ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਧੂਰ। ਲਾਗੀ ਮੈਲ ਮਿਟੇ ਸਚ ਨਾਏ, ਗੁਰ ਪ੍ਰਸਾਦ ਰਹਿ ਲੈ ਬੁਲਾਏ। ਗੁਰਮਤਿ ਸਾਚੀ ਹੁਜਤ ਦੂਰ। ਜਦੋਂ ਸਾਡੇ ਹਿਰਦੇ ਅੰਦਰ ਗੁਰ ਦੀ ਮੱਤ ਆ ਜਾਂਦੀ ਹੈ, ਗੁਰਬਾਣੀ ਦੀ ਸਿੱਖਿਆ ਸਾਡੇ ਹਿਰਦੇ 'ਚ ਵਸਣੀ ਸ਼ੁਰੂ ਹੋ ਜਾਂਦੀ ਹੈ, ਤਾਂ ਹੁਜਤ ਦੂਰ ਹੋ ਜਾਂਦੀ ਹੈ, ਆਪਣੀ ਸਿਆਣਪ ਦੂਰ ਹੋ ਜਾਂਦੀ ਹੈ, ਆਪਣੀ ਬੁੱਧੀ ਦਾ ਨਾਸ ਹੋਣਾ ਦੂਰ ਹੋ ਜਾਂਦਾ ਹੈ। ਬਹੁਤ ਸਿਆਣਪ ਲਾਗੈ ਧੂਰ। ਕਹਿੰਦੇ ਜੇ ਫਿਰ ਬਹੁਤੀ ਸਿਆਣਪ ਹੋ ਜਾਵੇ, ਫਿਰ ਉਹ ਕੀ ਹੁੰਦੀ ਹੈ, ਲਾਗੈ ਧੂਰ। ਉਹ ਮਿੱਟੀ ਦੇ ਸਰੀਰ ਨਾਲ ਹੀ ਜੁੜਦੀ ਹੈ। ਇਸੇ ਕਰਕੇ ਅੱਜ ਜਿੰਨੇ ਵੀ ਤਰਕ ਕਰਦੇ ਆ, ਉਹ ਸਰੀਰਾਂ 'ਤੇ ਹੀ ਵਾਰ ਕਰਦੇ ਆ, ਵਿਚਾਰਧਾਰਾ 'ਤੇ ਵਾਰ ਨਹੀਂ। ਉਹ ਕਹਿੰਦੇ ਜ਼ਰੂਰ ਆ ਵੀ ਅਸੀਂ ਵਿਚਾਰਧਾਰਾ 'ਤੇ ਤੁਹਾਡੀ 'ਤੇ ਵਾਰ ਕਰਦੇ ਹਾਂ, ਪਰ ਵਿਚਾਰਧਾਰਾ 'ਤੇ ਵਾਰ ਨਹੀਂ ਹੁੰਦਾ, ਉਹਨਾਂ 'ਤੇ ਜਿਸਮਾਨੀ ਅਟੈਕ ਹੁੰਦਾ। ਬਾਹਰਲੀ ਹਿਊਮਨ ਬੋਡੀ ਨੂੰ ਦੇਖ ਕੇ ਅਟੈਕ ਕੀਤਾ ਜਾਂਦਾ। ਪਰ ਗੁਰਮਤਿ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੀ ਵੀ ਨਹੀਂ, ਤੁਸੀਂ ਕਿਸੇ ਦੀ ਹਿਊਮਨ ਬੋਡੀ 'ਤੇ ਤਰਕ ਨਹੀਂ ਕਰ ਸਕਦੇ, ਕਿਉਂਕਿ ਉਹ ਤਾਂ ਸਭ ਦੀ ਇੱਕੋ ਜਿਹੀ ਹੋਈ ਹੈ। ਬੁੱਧੀ ਦਾ ਲੈਵਲ ਫਰਕ ਹੈ। ਤੁਸੀਂ ਬੁੱਧ 'ਤੇ ਕਰੋ ਵਾਲੇ 'ਤੇ ਅਟੈਕ, ਉਹਦੀ ਵਿਚਾਰਧਾਰਾ 'ਤੇ ਅਟੈਕ ਕਰੋ। ਗੁਰਬਾਣੀ ਦੇ ਵਿੱਚ ਭਗਤਾਂ ਨੇ, ਪਾਤਸ਼ਾਹੀਆਂ ਨੇ ਉਹਨਾਂ ਦੇ ਵਿਚਾਰ 'ਤੇ ਅਟੈਕ ਕੀਤਾ ਵੀ ਜਿਹੜੀ ਤੁਹਾਡੀ ਸੋਚ ਉਹ ਗਲਤ ਹੈ। ਆਪਣੇ ਵਿਚਾਰ ਨੂੰ ਦੇਖੋ ਵੀ ਤੁਹਾਡੀ ਵਿਚਾਰ 'ਚ ਤੁਹਾਨੂੰ ਹੀ ਕੀ ਫਾਇਦਾ, ਦੂਜਿਆਂ ਤੋਂ ਚਲੋ ਬਾਅਦ ਦੀ ਗੱਲ ਹੈ। ਜਦੋਂ ਤੁਹਾਡੀ ਵਿਚਾਰ 'ਚ ਤੁਹਾਨੂੰ ਹੀ ਕੋਈ ਫਾਇਦਾ ਨਹੀਂ ਆ ਰਿਹਾ, ਤੁਹਾਨੂੰ ਹੀ ਸ਼ਾਂਤੀ ਨਹੀਂ ਆ ਰਹੀ, ਤੁਹਾਡਾ ਹੀ ਮਨ ਨਹੀਂ ਟਿਕਾ 'ਚ ਆ ਰਿਹਾ, ਵੀ ਦੂਸਰੇ ਨੂੰ ਕੀ ਕਰੋਗੇ। ਅਵਰ ਉਪਦੇਸਾ ਆਪ ਨਾ ਕਰਾ, ਆਵਤ ਜਾਵਤ ਜਨਮੇ ਮਰੈ। ਕਹਿੰਦੇ ਦੂਸਰੇ ਨੂੰ ਉਪਦੇਸ਼ ਦੇਣਾ, ਆਪ ਤਾਂ ਤੂੰ ਕਰ ਨਹੀਂ ਰਿਹਾ। ਦੂਜੇ ਨੂੰ ਤਾਂ ਕਹਿਣਾ ਵੀ ਸ਼ਾਂਤੀ ਰੱਖੋ, ਪਰ ਤੇਰੇ ਅੰਦਰ ਤਾਂ ਅੱਗ ਮੱਚਦੀ ਹੈ। ਦੂਜੇ ਨੂੰ ਕਹਿਣਾ ਮਾਇਆ ਛੱਡੋ, ਤੂੰ ਤਾਂ ਭੱਜ ਭੱਜ ਜੱਫੇ ਪਾਉਣਾ। ਇਸ ਤਰ੍ਹਾਂ ਨਹੀਂ ਹੁੰਦਾ। ਫਿਰ ਕਿਹਦੇ ਨਾਲ ਧੋਖਾ ਕਰਦਾ, ਸਵੈਮ ਆਪਣੇ ਨਾਲ ਹੀ ਕਰਦੇ। ਸੋ ਜੇ ਅੱਜ ਇਤਿਹਾਸ ਹੈ ਜੋ ਬਾਹਰ ਲਿਖਿਆ ਗਿਆ, ਉਹਦੇ ਉੱਤੇ ਵੀ ਤਰਕ ਕਰਦੇ, ਬਿਲਕੁਲ ਕਰਨੀ ਚਾਹੀਦੀ ਹੈ, ਪਰ ਤਰਕ ਕਰੋ, ਉਹਦਾ ਸਹੀ ਵੀ ਪਰਪਸ ਦੱਸੋ ਵੀ ਅਸਲ ਗੱਲ ਫਿਰ ਕੀ, ਅਸਲੀ ਇਤਿਹਾਸ ਕੀ ਹੈ। ਜੇ ਤੁਸੀਂ ਆਪਣੇ ਮਨ ਭਾਉਂਦੀਆਂ ਫਿਰ ਸਾਖੀਆਂ ਬਣਾ ਕੇ ਕਹੋ ਵੀ ਜੇ ਇਹ ਸਹੀ ਨੇ, ਤਾਂ ਫਿਰ ਦੂਜੇ ਕਹਿਣਗੇ ਵੀ ਇਹ ਸਹੀ ਨੇ, ਫਿਰ ਤਾਂ ਝਗੜਾ ਰਹੂਗਾ। ਅਸਲ ਵਿੱਚ ਗੁਰਬਾਣੀ ਦੇ ਅੰਦਰ ਇਤਿਹਾਸ ਹੈ ਜਿਹੜਾ, ਉਹ 'ਤੇ ਮਨਾਹੀ ਹੈ। ਜਦੋਂ ਗੁਰਬਾਣੀ ਨੇ ਇੱਕ ਬਚਨ ਐਸਾ ਲਿਖਤਾ, ਔਰ ਉਹਦਾ ਕੋਈ ਔਖਾ ਵਿਚਾਰ ਵੀ ਨਹੀਂ ਹੈਗਾ, ਜਿਵੇਂ ਪਾਤਸ਼ਾਹ ਕਹਿੰਦੇ ਆ ਜਾਣੋ ਜੋਤ,
ਨਾ ਪੁੱਛੋ ਜਾਤੀ ਅੱਗੇ ਜਾਤ ਨਾਏ, ਸਾਰਾ ਹੀ ਸਰੀਰ ਦਾ ਇਤਿਹਾਸ ਰੱਦ ਕਰਤਾ ਇੱਕ ਬਚਨ 'ਚ ਵੀ ਜੋਤ ਨੂੰ ਜਾਣੋ, ਜਾਤ ਛੱਡੋ। ਜਾਤ ਕਿਸੇ ਦੀ ਵੀ ਕਿਸ ਤਰ੍ਹਾਂ, ਜਾਤ ਕਰਕੇ ਉਹ ਕੁਛ ਵੀ ਕਰਦਾ ਹੈ, ਸਰੀਰ ਕਰਕੇ ਕੁਛ ਵੀ ਪਾਣਾ ਵਰਤ ਗਿਆ ਬਸ। ਜੋਤ ਦੀ ਗੱਲ ਕਰੋ ਕਿ ਉਹਦੀ ਜਿਹੜਾ ਆਤਮਿਕ ਬੌਧਿਕ ਲੈਵਲ ਆ ਉਹਦਾ ਕੀ ਸਟੈਂਡਰਡ ਆ, ਉਹ ਬੌਧਿਕ ਲੈਵਲ ਆਪਣਾ ਵੀ ਉਸ ਤਰ੍ਹਾਂ ਦਾ ਬਣਾਓ। ਅਸੀਂ ਬੌਧਿਕ ਲੈਵਲ ਤਾਂ ਨਹੀਂ ਆਪਣਾ ਬਣਾਉਂਦੇ, ਸਰੀਰ ਕਰਕੇ ਅਸੀਂ ਉਹ ਟਰੀਟਮੈਂਟਾਂ ਭਾਲਦੇ ਹਾਂ। ਸਰੀਰ ਕਰਕੇ ਤਾਂ ਫਿਰ ਕੁਛ ਵੀ ਨਹੀਂ ਹੈ, ਸਰੀਰ ਤਾਂ ਇੱਥੇ ਹੀ ਰਹਿਣਾ, ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਭਾਲੀ ਚੱਲੋ। ਰਾਜੇ ਵੱਡੇ ਵੱਡੇ ਰਾਜਿਆਂ ਨਾਲ ਤੋਂ ਬਾਅਦ ਕੋਈ ਸੁੱਖ ਨਹੀਂ ਲੈ ਸਕਦਾ, ਪਰ ਉਹਨਾਂ ਦਾ ਵੀ ਸਰੀਰ ਇੱਥੇ ਹੀ ਰਹਿ ਗਿਆ, ਕਿਸੇ ਨੇ ਨਹੀਂ ਪੁੱਛਿਆ। ਪਰ ਇੱਕ ਝੁੱਗੀ ਝੌਂਪੜੀ ਵਿੱਚ ਰਹਿਣ ਵਾਲਾ, ਹਰ ਵੇਲੇ ਜੋਤ ਨਾਲ ਜੁੜਿਆ ਰਿਹਾ, ਉਹਦਾ ਸਰੀਰ ਵੀ ਇੱਥੇ ਰਹਿ ਗਿਆ, ਪਰ ਉਹਦੀ ਜੋਤ ਕਰਕੇ ਅੱਜ ਵੀ ਉਸ ਨੂੰ ਸਤਿਕਾਰਿਆ ਜਾਂਦਾ, ਸਰੀਰ ਕਰਕੇ ਨਹੀਂ, ਜੋਤ ਕਰਕੇ। ਤੇ ਸੱਚਖੰਡ ਵਿੱਚ ਵੀ ਸਤਿਕਾਰ ਹੈ। ਸੋ ਤਾਂ ਪਾਤਸ਼ਾਹ ਨੇ ਬਚਨ ਲਿਖਿਆ ਕਿ ਗੁਰਮਤਿ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲੱਗੈ। ਕਹਿੰਦੇ ਬਹੁਤੀ ਸਿਆਣਪ ਚੋਂ ਕੀ ਰਿਜ਼ਲਟ ਮਿਲਿਆ, ਸਰੀਰ ਨਾਲ ਹੀ ਜੁੜੇ, ਹੋਰ ਤਾਂ ਕਿਸੇ ਨਾਲ ਨਹੀਂ ਜੁੜੇ। ਆਪਣੇ ਨਾਲ ਜੁੜੇ ਜਾਂ ਦੂਜੇ ਲੋਕਾਂ ਦੇ ਸਰੀਰਾਂ ਨਾਲ ਜੁੜੇ, ਸਰੀਰਾਂ ਦਾ ਹੀ ਫਿਕਰ ਹੈ, ਜੋਤ ਦਾ ਤਾਂ ਫਿਕਰ ਹੀ ਨਹੀਂ ਕਿਸੇ ਨੂੰ। ਲਾਗੀ ਮੈਲ ਮਿਟੇ ਸਚ ਨਾਏ, ਕਹਿੰਦੇ ਜਿਹੜੀ ਇਹ ਮੈਲ ਲੱਗੀ ਹੋਈ ਹੈ ਨਾ, ਸਰੀਰ ਚਿੰਬੜਿਆ ਹੋਇਆ, ਮਨ ਨੂੰ ਉਪਦੇਸ਼ ਹੈ, ਕਹਿੰਦੇ ਇਹਨੂੰ ਲਾ ਦੇ। ਸੱਚ ਨਾਏ, ਫੇਰ ਤੈਨੂੰ ਸੱਚ ਦੀ ਜਿਹੜੀ ਨਾਏ ਹੈ, ਸੋਭਾ ਸੋਝੀ ਹੈ, ਹੁਕਮ ਹੈ, ਉਹ ਪ੍ਰਾਪਤ ਹੋਣੀ ਹੈ, ਇਹ ਤੋਂ ਬਿਨਾਂ ਨਹੀਂ ਹੋਣੀ। ਝੂਠ ਨਾਲ ਜੁੜ ਕੇ ਤਾਂ ਫਿਰ ਝੂਠ ਦੀ ਵੀ ਪ੍ਰਾਪਤੀ ਹੋਊਗੀ ਨਾ। ਚਿੱਕੜ ਵਿੱਚ ਵੜ ਕੇ ਤਾਂ ਚਿੱਕੜ ਹੀ ਲੱਗੂ ਨਾ, ਚੰਦਨ ਥੋੜ੍ਹੋ ਲੱਗ ਜੂਗਾ। ਝੂਠਿਆਂ ਦੀ ਸੰਗਤ ਵਿੱਚੋਂ ਝੂਠ ਹੀ ਸਿੱਖਣ ਨੂੰ ਮਿਲੂਗਾ, ਸੱਚਿਆਂ ਦੀ ਸੰਗਤ ਵਿੱਚੋਂ ਸੱਚ ਸਿੱਖਣ ਨੂੰ ਮਿਲਦਾ। ਗੁਰ ਪ੍ਰਸਾਦ ਰਹਿ ਲੈ ਮਿਲਾਏ, ਕਹਿੰਦੇ ਗੁਰ ਦੀ ਪ੍ਰਸਾਦ ਲੈ, ਗੁਰ ਤੇਰੇ ਸਾਹਮਣੇ ਹੈ, ਗੁਰਬਾਣੀ ਹੈ, ਇਹ ਤੋਂ ਬਖਸ਼ਿਸ਼ ਕਰਵਾ, ਸੋਝੀ ਪ੍ਰਾਪਤ ਕਰ, ਲਿਵ ਲਾ। ਫਿਰ ਜਿੱਥੇ ਗੁਰਬਾਣੀ ਕਹਿੰਦੀ ਉੱਥੇ ਜੁੜ। ਇੱਥੇ ਸਤਿਗੁਰ ਜੀ ਗੁਰਮਤ ਨੂੰ ਪਰਮ ਗਿਆਨੀ ਦੇ ਤਰਕ ਹੁਜਤ ਤੋਂ ਪਰੇ ਇਸ ਲਈ ਆਖ ਰਹੇ ਹਨ ਕਿਉਂਕਿ ਗੁਰਮਤ ਸੱਚੀ ਮੱਤ ਹੈ ਅਤੇ ਸੱਚ ਨੂੰ ਕੱਟਿਆ ਨਹੀਂ ਜਾ ਸਕਦਾ। ਸੱਚ ਦਾ ਵਿਰੋਧ ਕਰਨ ਵਾਲੇ ਦੀ ਮੱਤ ਤਾਂ ਹੋਰ ਜ਼ਿਆਦਾ ਮਲੀਨ ਹੋ ਜਾਂਦੀ, ਜਿਹੜੀ ਕਿ ਸੱਚ ਦੇ ਗਿਆਨ ਤੋਂ ਬਿਨਾਂ ਨਿਰਮਲ ਨਹੀਂ ਹੋ ਸਕਦੀ। ਜੇ ਸੱਚ ਨੂੰ ਤਰਕਣ ਵਾਲਾ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣ ਜਾਵੇ, ਫਿਰ ਉਹ ਗੁਰਮਤ ਨੂੰ ਸਵੀਕਾਰ ਕੇ ਸੱਚ ਵਿੱਚ ਲੀਨ ਹੋ ਸਕਦਾ ਹੈ। ਭਾਵੇਂ ਗੁਰਬਾਣੀ ਅੰਦਰ ਸੱਚ ਨੂੰ ਤਰਕਣ ਲਈ ਵਰਜਿਆ ਗਿਆ, ਪਰ ਸੱਚ ਨੂੰ ਜਾਣਨ ਲਈ ਜਗਿਆਸੂ ਵੱਲੋਂ ਪੁੱਛਿਆ ਗਿਆ ਪ੍ਰਸ਼ਨ ਤਰਕ ਨਹੀਂ ਹੁੰਦਾ। ਭਗਤਾਂ ਅਤੇ ਗੁਰ ਸਾਹਿਬਾਨਾਂ ਪਾਸੋਂ ਲੋਕ ਆਪਣੀਆਂ ਸ਼ੰਕਾਵਾਂ ਦਾ ਸਮਾਧਾਨ ਕਰਵਾਉਂਦੇ ਰਹੇ ਹਨ ਅਤੇ ਭਗਤ ਸਾਹਿਬਾਨ ਇਹਨਾਂ ਦੀਆਂ ਸ਼ੰਕਾਵਾਂ ਦੂਰ ਕਰਦੇ ਵੀ ਰਹੇ ਹਨ। ਅਸਲ ਵਿੱਚ ਉਸੇ ਨੂੰ ਹੀ ਧਾਰਮਿਕ ਆਗੂ ਮੰਨਿਆ ਜਾਣਾ ਚਾਹੀਦਾ ਹੈ, ਜਿਹੜਾ ਧਰਮ ਵਿੱਚ ਪਈਆਂ ਸ਼ੰਕਾਵਾਂ ਨੂੰ ਦੂਰ ਕਰੇ। ਪਰ ਜਿਹੜੇ ਧਰਮ ਆਗੂ ਪ੍ਰਸ਼ਨ ਪੁੱਛੇ ਜਾਣ 'ਤੇ ਤਰਕ ਨਹੀਂ ਕਰੀਦਾ ਕਹਿ ਕੇ ਚੁੱਪ ਕਰਾਉਂਦੇ ਹਨ ਕਿ ਧਰਮ ਦੇ ਖੇਤਰ ਵਿੱਚ ਸ਼ੰਕਾ ਨਹੀਂ ਕਰੀਦੀ, ਸ਼ਰਧਾ ਰੱਖੋ, ਭਰੋਸਾ ਰੱਖੋ, ਭਾਵਨਾ ਰੱਖੋ, ਉਹਨਾਂ ਤੋਂ ਦੂਰੀ ਬਣਾਉਣੀ ਹੀ ਠੀਕ ਹੈ। ਕਿਉਂਕਿ ਗੁਰਬਾਣੀ ਤਾਂ ਇਹ ਗੱਲ ਆਖਦੀ ਹੈ, ਸ੍ਰੀ ਭਗਤ ਕਬੀਰ ਸਾਹਿਬ ਜੀ ਵੀ ਆਖਦੇ ਹਨ ਕਿ ਕਬੀਰ ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ। ਕਹਿੰਦੇ ਜੇ ਭਰਮ ਹੀ ਨਹੀਂ ਗਿਆ, ਜਿਹਨੂੰ ਤੁਸੀਂ ਬਾਹਰ ਗੁਰੂ ਮੰਨਿਆ ਹੋਇਆ, ਵੈਸੇ ਤਾਂ ਬਾਹਰ ਗੁਰੂ ਹੁੰਦਾ ਨਹੀਂ, ਇਹੀ ਸਭ ਤੋਂ ਵੱਡਾ ਭਰਮ ਹੈ। ਜੇ ਤਾਂ ਗੁਰੂ ਪਰਮੇਸ਼ਰ ਨੂੰ ਮੰਨਦੇ ਇਹ ਤਾਂ ਭਰਮ ਚੱਕਿਆ ਜਾਂਦਾ, ਪਰ ਜਦੋਂ ਗੁਰੂ ਕਿਸੇ ਵਿਅਕਤੀ ਨੂੰ ਮੰਨ ਲਿਆ, ਫਿਰ ਭਰਮ ਉਵੇਂ ਦਾ ਉਵੇਂ ਖੜਾ, ਫਿਰ ਝਗੜੇ ਦਾ ਕਾਰਨ ਵੀ ਵੱਧ ਤੋਂ ਵੱਧ ਹੈ। ਸੋ ਕਹਿੰਦੇ ਉਹਦੀ ਜਿਹੜੀ ਮਾਏ ਹੈ, ਉਹਦੀ ਭਾਵ ਕਿ ਮੱਤ ਹੈ, ਉਹਦੀ ਜਿਹੜੀ ਗੱਲ ਹੈ, ਉਹ ਛੱਡ ਦਿਓ, ਉਹ ਤੋਂ ਪਰੇ ਹੋ ਜਾਓ, ਕੋਈ ਫਰਕ ਨਹੀਂ ਪੈਂਦਾ ਹੈ। ਆਪ ਡੁੱਬੇ ਚੌਂ ਵੇਦ ਮੇ ਚੇਲੇ ਦੀਏ ਬਹਾਏ, ਕਹਿੰਦੇ ਉਹ ਆਪ ਤਾਂ ਡੁੱਬੇ ਹੀ ਹੁੰਦਾ, ਚੌਂ ਵੇਦ ਮੇ। ਦੇਖੋ ਉਹਨੇ ਤੇ ਚੌਂ ਵੇਦ ਲਿਖੇ ਕਿ ਜਿਹੜਾ ਵੇਦ ਨੇ ਉਹ ਕਹਿੰਦੇ 4 ਵੇਦ ਹੈ, ਰਿਗਵੇਦ, ਅਥਰਵਣ ਵੇਦ, ਯੁਜੁਰ ਵੇਦ, ਸਾਮ ਵੇਦ, ਜਦ ਕਿ ਵੇਦ ਇੱਕੋ ਹੀ ਹੈ। ਉਹਦੇ ਵਿੱਚ 4 ਪਾਠ ਨੇ, 4 ਪਾਠਾਂ ਦੇ ਵਿੱਚ 4 'ਚ ਵੱਖੋ ਵੱਖਰਾ ਗਿਆਨ ਹੈ।
कि ਜਿਹੜਾ ਗੁਰਮੁਖ ਹੈ ਉਹ ਸਿਰਫ ਇਕੱਲਾ ਸੱਚ ਤੇ ਖੜਦਾ ਹੈ। ਜਦੋਂ ਗੁਰਮੁਖ ਸੱਚ ਤੇ ਖੜ ਜਾਂਦਾ, ਸੱਚ ਵਿੱਚ ਸਾਰਾ ਹੀ ਗਿਆਨ ਆ ਜਾਂਦਾ, ਉਹਨੂੰ ਫਿਰ ਦੂਜੇ ਗਿਆਨਾਂ ਨੂੰ ਪ੍ਰਾਪਤ ਕਰਨ ਦੀ ਲੋੜ ਨਹੀਂ ਰਹਿੰਦੀ। ਉਹਨੂੰ ਪਤਾ ਹੁੰਦਾ ਜਿੰਨੀ ਕੁ ਲੋੜ ਆ ਬਸ ਉਨਾ ਕੁ ਗਿਆਨ ਵਰਦਾ, ਬਾਕੀ ਗਿਆਨ ਵੱਲ ਉਹ ਨਿਗਾਹ ਹੀ ਨਹੀਂ ਮਾਰਦਾ। ਪਰ ਜਿਹੜੇ ਸੰਸਾਰੀ ਲੋਕ ਨੇ ਉਹ ਸਾਰੇ ਪਾਸਿਆਂ ਤੋਂ ਹੀ ਪੂਰੇ ਦਾ ਪੂਰਾ ਗਿਆਨ ਲੈਂਦੇ। ਉਹ ਸਾਰੇ ਗਿਆਨਾਂ ਨੂੰ ਥੋੜ੍ਹਾ ਥੋੜ੍ਹਾ ਲੈ ਲੈਂਦੇ, ਥੋੜ੍ਹਾ ਜਿਹਾ ਬ੍ਰਹਮ ਗਿਆਨ ਦਾ ਲੈ ਲਿਆ, ਥੋੜ੍ਹਾ ਜਿਹਾ ਦਵਾਈਆਂ ਬੂਟੀਆਂ ਦਾ ਲੈ ਲਿਆ, ਥੋੜ੍ਹਾ ਜਿਹਾ ਸਮਾਜ ਦਾ ਲੈ ਲਿਆ, ਥੋੜ੍ਹਾ ਜਿਹਾ ਮਾਇਆ ਦਾ ਲੈ ਕੇ ਉਹ ਇਕੱਠਾ ਜਿਹਾ ਕਰਕੇ ਰਲਾ ਕੇ ਲੋਕਾਂ ਨੂੰ ਸਰਵ ਕਰਦੇ ਆ। ਇਸੇ ਕਰਕੇ ਜਿਹੜੇ ਸੁਣਨ ਵਾਲੇ ਉਹਨਾਂ ਦੀ ਦੁਬਿਧਾ ਵੀ ਨਹੀਂ ਜਾਂਦੀ, ਵੀ ਕਦੇ ਕੋਈ ਕਹਿੰਦੇ ਕਦੇ ਕੁਛ ਕਹਿ ਦਿੰਦੇ ਆ। ਇਸੇ ਤਰ੍ਹਾਂ ਗੁਰਬਾਣੀ ਦੇ ਅਰਥਾਂ ਦੀ ਵੀ ਗੱਲ ਆ ਜਾਂਦੀ ਹੈ, ਕੋਈ ਕੁਛ ਅਰਥ ਕਰਦਾ, ਕੋਈ ਅਰਥ ਕਰ ਦਿੰਦਾ, ਦੁਬਿਧਾ ਕਿਸ ਦੀ ਵੀ ਜਾ ਨਹੀਂ ਰਹੀ। ਜਦ ਕਿ ਗੁਰਬਾਣੀ ਦੇ ਜਿਹੜੇ ਸ਼ੁੱਧ ਅਰਥ ਨੇ ਉਹਨਾਂ ਨਾਲ ਦੁਬਿਧਾ ਰਹਿ ਵੀ ਨਹੀਂ ਸਕਦੀ। ਪਰ ਹੁਣ ਸ਼ੁੱਧ ਅਰਥ ਕਰੇ ਕੌਣ? ਉਹੀ ਕਰ ਸਕਦਾ ਜਿਹਦੇ ਅੰਦਰ ਸ਼ਬਦ ਗੁਰੂ ਦੀ ਕਰਾਮਾਤ ਵਰਤਦੀ ਹੋਵੇ। ਦੂਜਿਆਂ ਤਾਂ ਮਾਇਆ ਨਾਲ ਹੀ ਜੋੜ ਕੇ, ਕਿਉਂਕਿ ਅੱਖਰਾਂ ਨੂੰ ਦੇਖ ਕੇ ਅਰਥ ਕਰਨੇ। ਅੱਖਰ ਸਾਡੇ ਪੰਜਾਬੀ 'ਚ ਉਹੀ ਵਰਤੇ ਜਾਂਦੇ, ਉਹਦਾਂ ਦੇ ਆਧਾਰ 'ਤੇ ਉਹ ਅਰਥ ਕਰ ਦਿੰਦੇ। ਉਹ ਕਹਿੰਦੀ ਅਸੀਂ ਸਹੀ ਹਾਂ, ਪਰ ਸਹੀ ਝੂਠ ਦਾ ਉਦੋਂ ਪਤਾ ਲੱਗਦਾ ਜਦੋਂ ਕੋਈ ਸ਼ਬਦ ਗੁਰੂ ਦੀ ਕਰਾਮਾਤ ਵਾਲਾ ਪ੍ਰਗਟ ਹੋ ਜਾਂਦਾ, ਫਿਰ ਉਹਦਾ ਇਹ ਵਿਰੋਧ ਕਰਦੇ ਆ। ਸੋ ਕਬੀਰ ਸਾਹਿਬ ਜੀ ਕਹਿੰਦੇ ਆਪ ਡੁੱਬੇ ਚਹੁ ਵੇਦ ਮੇ, ਭਾਵ ਕਿ ਆਪ ਤਾਂ ਇਹਨਾਂ ਚਾਰੇ ਪੱਖਾਂ ਦੇ ਗਿਆਨ ਵਿੱਚ ਡੁੱਬ ਗਏ। ਦੇਖੋ ਆਪ ਡੁੱਬੇ ਨੇ, ਚੇਲੇ ਦੀ ਇਹ ਬਹਾਏ, ਚੇਲੇ ਹਜੇ ਬਹਿੰਦੇ ਨੇ ਉੱਪਰ, ਚੇਲਾ ਨਹੀਂ ਡੁੱਬਿਆ। ਚੇਲੇ ਕੋਲ ਚਾਂਸ ਹੈ, ਚੇਲਾ ਬਾਹਰ ਆ ਸਕਦਾ, ਪਰ ਜਿਹੜਾ ਗੁਰੂ ਹੈ ਬਣਿਆ ਹੋਇਆ ਉਹ ਨਹੀਂ ਬਾਹਰ ਆ ਸਕਦਾ। ਗੁਰੂ ਨਹੀਂ ਕਦੇ ਵੀ ਮੰਨਦਾ ਹੁੰਦਾ, ਕਦੇ ਸਿੱਧ ਮੰਨੇ ਹੀ ਨਹੀਂ ਹੈਗੇ। ਗੁਰੂ ਨਾਨਕ ਸਾਹਿਬ ਨੇ ਜ਼ੋਰ ਲਾ ਲਿਆ, ਨਹੀਂ ਮੰਨੇ, ਕਿਉਂਕਿ ਉਹ ਗੁਰੂ ਕਹਾਉਂਦੇ ਸੀਗੇ। ਪੰਡਤ ਨਹੀਂ ਮੰਨਿਆ, ਪੰਡਤ ਗੁਰੂ ਕਹਾਉਂਦਾ, ਬਾਹਮਣ ਨਹੀਂ ਮੰਨਿਆ, ਗੁਰੂ ਕਹਾਉਂਦਾ। ਮੁੱਲਾ ਕਾਜੀ ਨਹੀਂ ਮੰਨੇ, ਗੁਰੂ ਕਹਾਉਂਦੇ। ਤੇ ਜਿਹੜੇ ਚੇਲੇ ਸੀ, ਸਿੱਖ ਸੀਗੇ, ਉਹ ਜਦੋਂ ਗੱਲਾਂ ਸੁਣੀਆਂ ਸਾਈਂ ਮੀਆਂ ਮੀਰ ਜੀ ਵਰਗੇ, ਉਹ ਬਦਲ ਗਏ। ਉਹ ਕਹਿੰਦੇ ਵੀ ਨਹੀਂ, ਸੂਫੀ ਫਕੀਰ ਬਦਲੇ, ਦਸਤਗੀਰ ਜੀ ਬਦਲਿਆ, ਮੁੱਢਨ ਸ਼ਾਹ ਜੀ ਬਦਲੇ, ਪੀਰ ਬੁੱਧੂ ਸ਼ਾਹ ਜੀ ਬਦਲੇ, ਕਿਉਂਕਿ ਉਹ ਸਿੱਖ ਸੀਗੇ। ਚੇਲਾ ਬਾਹਰ ਆ ਸਕਦਾ, ਗੁਰੂ ਨਹੀਂ ਆਉਂਦਾ ਹੁੰਦਾ ਕਦੇ ਵੀ, ਕਿਉਂਕਿ ਗੁਰੂ ਤਾਂ ਮੰਨਦਾ, ਗੁਰੂ ਨੂੰ ਪਤਾ, ਕਿਉਂਕਿ ਉਹਦੇ ਪਹਿਲਾਂ ਹੀ ਉਹਦੇ ਅੰਦਰ ਹਉਮੈ ਦਾ ਐਡੀ ਪੰਡ ਖੜੀ ਕੀਤੀ ਹੋਈ ਹੈ। ਉਹ ਕਿਵੇਂ ਆਊਗਾ? ਸੇਵਕ ਨਿਕਲ ਜਾਂਦਾ, ਕਿਉਂਕਿ ਸੇਵਕ ਦੇ ਅੰਦਰ ਤਾਂ ਭੁੱਖ ਹੁੰਦੀ ਹੈ ਸੱਚ ਦੀ। ਤਾਂ ਹੀ ਕਬੀਰ ਸਾਹਿਬ ਛੱਡ ਗਏ ਸਾਰਾ ਕੁਛ, ਕਿ ਮੈਨੂੰ ਇਹ 'ਚੋਂ ਪ੍ਰਾਪਤੀ ਨਹੀਂ ਹੋਈ। ਸੱਚ ਬਿਆਨ ਕੀਤਾ ਉਹਨਾਂ ਨੇ। ਸੋ ਆਪ ਡੁੱਬੇ ਚਹੁ ਵੇਦ ਮੇ, ਚੇਲੇ ਦੀਏ ਬਹਾਏ। ਚੇਲੇ ਤਾਂ ਬਹਿੰਦੇ ਸੀ, ਚੇਲਿਆਂ ਕੋਲ ਮੌਕਾ ਹੈ, ਨਿਕਲ ਸਕਦੇ ਨੇ, ਪਰ ਜਿਹੜੇ ਚੇਲਿਆਂ ਦਾ ਗੁਰੂ ਬਣਿਆ ਹੋਇਆ ਮਾਇਆ ਦੇ ਵਿੱਚ, ਉਹ ਨਹੀਂ ਨਿਕਲ ਸਕਦਾ। 1369 ਪੰਨੇ ਉੱਪਰ ਬਚਨ ਹੈ। ਸੋ ਗੁਰਬਾਣੀ ਅੰਦਰ ਬਾਰ-ਬਾਰ ਸੰਸਾਰੀ ਮੱਤਾਂ ਨੂੰ ਗੁਰਬਾਣੀ ਦੀ ਰਚਨਾ ਕਰਨ ਵਾਲਿਆਂ ਵੱਲੋਂ ਤਰਕਿਆ ਗਿਆ। ਹਰ ਇੱਕ ਮਨ ਮਤ ਦੀ ਕਮੀ ਉਜਾਗਰ ਕਰਕੇ ਉਸ ਦਾ ਸਮਾਧਾਨ ਵੀ ਨਾਲ ਸਮਝਾਇਆ। ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਗੁਰਮਤ ਅੰਦਰ ਕਿਸੇ ਦੂਸਰੀ ਮਤ ਦੀ ਕਮੀ ਦੱਸੀ ਗਈ ਹੈ, ਉਸ ਕਮੀ ਨੂੰ ਦੂਰ ਕਰਨ ਲਈ ਉਪਦੇਸ਼ ਵੀ ਨਾਲ ਹੀ ਦਿੱਤਾ ਗਿਆ। ਕਿਸੇ ਮੰਦ ਭਾਵਨਾ ਜਾਂ ਹੇਠੀ ਕਰਨ ਵਾਸਤੇ ਨਹੀਂ, ਸਗੋਂ ਸੱਚ ਦੇ ਮਾਰਗ ਪਾਉਣ ਲਈ ਕਮੀ ਦੱਸੀ ਹੈ ਕਿ ਉਸ ਕਮੀ ਨੂੰ ਦੂਰ ਕਰਕੇ ਸੁਖੀ ਹੋਵੋ। ਪਰ ਕਈ ਵਾਰੀ ਕਈ ਧਾਰਮਿਕ ਆਗੂ ਪ੍ਰਸ਼ਨ ਜਾਂ ਸਵਾਲ ਪੁੱਛਣ 'ਤੇ ਚੁੱਪ ਕਰਕੇ ਧਰਮ ਨੂੰ ਮੰਨਣ ਲਈ ਕਹਿੰਦੇ ਹਨ ਕਿ ਸ਼ਰਧਾ ਰੱਖੋ, ਸਵਾਲ ਨਹੀਂ ਕਰੀਦੇ। ਸੋ ਗੁਰਬਾਣੀ ਵਿੱਚ ਆਇਆ ਸ਼ਬਦ ਸ਼ਰਧਾ, ਇਸ ਸ਼ਬਦ ਦਾ ਇਸਤੇਮਾਲ ਵੀ ਆਪਣੇ ਹਿਸਾਬ ਨਾਲ ਹੀ ਕੀਤਾ ਗਿਆ, ਜਦ ਕਿ ਸ਼ਰਧਾ ਸ਼ਬਦ ਦਾ ਅਰਥ ਗੁਰਬਾਣੀ ਅੰਦਰ ਕੁਝ ਹੋਰ ਹੈ। ਉਹ ਹੈ ਸ਼ੁਭ ਇੱਛਾ, ਭਾਣੇ ਵਿੱਚ ਰਹਿਣ ਦੀ। ਹੁਣ ਆਪਾਂ ਗੁਰਬਾਣੀ 'ਚੋਂ ਹੀ ਦੇਖਦੇ ਹਾਂ, 149 ਪੰਨੇ ਉੱਪਰ ਇਹ ਸ਼ਬਦ ਹੈ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਦੇਖੋ ਕਹਿੰਦੇ ਸਤਿਗੁਰ ਦਿਆਲ ਤਾਂ ਹੁੰਦਾ ਹੈ, ਭਾਵ ਕਿ ਸੱਚ ਦੀ ਸੋਝੀ ਤਾਂ ਆਉਂਦੀ ਹੈ ਜੀਵ ਆਤਮਾ ਨੂੰ ਜੇ ਸ਼ਰਧਾ ਪੂਰੀ ਹੈ, ਭਾਵ ਕਿ ਜੇ ਅੰਦਰ ਪੂਰੀ ਸ਼ੁਭ ਇੱਛਾ ਹੈ।
ਕਿ ਮੈਨੂੰ ਸੱਚ ਦੀ ਸੋਝੀ ਆਉਣੀ ਚਾਹੀਦੀ ਹੈ, ਮੈਨੂੰ ਹੁਕਮ ਬਾਰੇ ਸੋਝੀ ਆਵੇ ਤਾਂ ਗੱਲ ਬਣਦੀ ਹੈ। ਸਤਿਗੁਰ ਹੋਏ ਦਿਆਲ ਨਾ ਕਬਹੂ ਚੋਰੀ, ਫਿਰ ਸਤਿਗੁਰ ਦਿਆਲ ਹੋ ਜਾਂਦਾ ਹੈ। ਪਹਿਲਾਂ ਤਾਂ ਸ਼ਬਦ ਆਇਆ ਵੀ ਜੇ ਕੰਡੀਸ਼ਨ ਹੈ ਵੀ ਜੇ ਤੂੰ ਐਂ ਕਰੇ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ, ਜੇ ਉਹਦਾ ਮਨ ਮੰਨੇ ਤਾਂ ਸਫਲ ਹੈ। ਆਪਣੇ ਵੱਲੋਂ ਤਾਂ ਹਰੇਕ ਹੀ ਕਹਿੰਦਾ ਮੈਂ ਸਹੀ ਕੀਤਾ, ਸਭ ਕਹਤੇ ਹੈ ਪਾਇਆ ਘਾਟ ਨਾ ਕਿ ਨਹੀਂ ਕਹਾ। ਇਹ ਤਾਂ ਮਨਾ ਉਹਨੇ ਫੈਸਲਾ ਕਰਨਾ ਹੈ। ਬੱਚੇ ਨੇ ਤਾਂ ਪੇਪਰ ਲਿਖ ਦੇਣਾ, ਫੈਸਲਾ ਟੀਚਰ ਨੇ ਕਰਨਾ ਵੀ ਕੀ ਸਹੀ ਹੈ ਕੀ ਗਲਤ ਹੈ। ਸੋ ਸਤਿਗੁਰ ਹੋਏ ਦਿਆਲ ਨਾ ਕਬਹੂ ਚੋਰੀ ਹੈ, ਫਿਰ ਝੂਰਨਾ ਨਹੀਂ ਪੈਂਦਾ, ਫਿਰ ਸ਼ੁਭ ਇੱਛਾ ਹੁੰਦੀ ਹੈ। ਸਤਿਗੁਰ ਦਿਆਲ ਹੈ, ਸੱਚ ਦੀ ਸੋਝੀ ਹੈ ਪੂਰੀ। ਸੋ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। 13 ਪੰਨੇ ਦੇ ਉੱਪਰ ਪਾਤਸ਼ਾਹ ਨੇ ਵਚਨ ਲਿਖਿਆ। ਇਹਨਾਂ ਪੰਕਤੀਆਂ ਵਿੱਚ ਕਿਸੇ ਸੰਸਾਰੀ ਪਦਾਰਥ ਜਾਂ ਸੁੱਖ ਦੀ ਇੱਛਾ ਬਿਲਕੁਲ ਵੀ ਜ਼ਾਹਰ ਨਹੀਂ ਹੈ। ਇੱਥੇ ਤਾਂ ਸੱਚੇ ਨਾਮ ਕੀ ਭੁੱਖ ਹੈ, ਉਸ ਨੂੰ ਦੂਰ ਕਰਨ ਲਈ ਪਰਮੇਸ਼ਰ ਅੱਗੇ ਬੇਨਤੀ ਹੈ। ਪਰ ਭਰਮ ਗਿਆਨੀਆਂ ਨੇ ਸ਼ਰਧਾ ਸ਼ਬਦ ਦਾ ਅਰਥ ਅੰਧ ਵਿਸ਼ਵਾਸ ਕਰ ਦਿੱਤਾ। ਭਰਮ ਗਿਆਨੀ ਝੂਠਾ ਸੰਤ ਹੁੰਦਾ ਹੈ। ਸੱਚ ਦਾ ਗਿਆਨ ਲਿਖਤੀ ਰੂਪ ਵਿੱਚ ਤਾਂ ਭਾਵੇਂ ਹਮੇਸ਼ਾ ਹੀ ਰਹਿੰਦਾ ਹੈ, ਪਰ ਮਾਇਆਧਾਰੀ ਸਾਖਤ ਲੋਕ ਆਪਣੀ ਝੂਠੀ ਵਿਚਾਰਧਾਰਾ ਨੂੰ ਬਚਾਉਣ ਲਈ ਇਸ ਸੱਚੀ ਮੱਤ ਦੇ ਅਰਥ ਬਾਹਰਮੁਖੀ ਕਰਕੇ ਵਿਗਾੜ ਦਿਆ ਕਰਦੇ ਹਨ। ਅਜਿਹਾ ਹੀ ਕੁਝ ਅੱਜ ਦੇ ਪ੍ਰਚਾਰਕਾਂ ਨੇ ਗੁਰਬਾਣੀ ਦੇ ਅਰਥਾਂ ਨਾਲ ਵੀ ਕੀਤਾ ਹੋਇਆ। ਪਰ ਜਦੋਂ ਸਹੀ ਵਿਚਾਰਧਾਰਾ ਪ੍ਰਗਟ ਹੁੰਦੀ ਹੈ ਤਾਂ ਝੂਠੀ ਵਿਚਾਰਧਾਰਾ ਦੇ ਪੈਰੋਕਾਰਾਂ ਨੂੰ ਫਿਰ ਤਕਲੀਫ ਹੁੰਦੀ ਹੋਈ ਹੁੰਦੀ ਹੈ। ਪਹਿਲਾਂ ਵੀ ਹੋਈ ਸੀ, ਹੁਣ ਵੀ ਹੁੰਦੀ ਹੈ, ਅੱਗੇ ਵੀ ਹੋਵੇਗੀ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਉਹ ਅੰਤਰਜਾਮੀ ਹੈ ਪੁਰਖ ਜਿਹੜਾ ਹਿਰਦੇ 'ਚ ਬੈਠਾ ਸਾਡੇ, ਉਹੀ ਤਾਂ ਵਿਧਾਤਾ ਹੈ। ਉਸੇ ਨੇ ਹੀ ਤਾਂ ਆਪਣਾ ਮਨ ਪੈਦਾ ਕੀਤਾ ਹੋਇਆ, ਉਸੇ ਦੀ ਆਪਣੀ ਹੋਈ ਇੱਛਾ ਹੈ। ਉਹ ਆਪਣੀ ਇੱਛਾ ਹੀ ਉਹ ਮਾਇਆ 'ਚ ਨਹੀਂ ਫਿਰਦਾ, ਉਹ ਆਪਣੀ ਇੱਛਾ ਮਾਇਆ 'ਚੋਂ ਬਾਹਰ ਕੱਢੇ, ਆਪਣੀ ਇੱਛਾ ਬਦਲ ਲਵੇ। ਜੈਸਾ ਸੇਵੇ ਤੈਸਾ ਹੋਏ ਹੈ। ਜਿੰਨਾ ਚਿਰ ਮਾਇਆ 'ਚ ਇੱਛਾ ਰੱਖੂ ਮਾਇਆ ਇਕੱਠੀ ਕਰੀ ਚੱਲੂਗਾ। ਜਦੋਂ ਉਹਨੇ ਅੰਦਰੋਂ ਹੀ ਆਪਣੀ ਇੱਛਾ ਛੱਡਤੀ ਮਾਇਆ ਦੀ ਤੇ ਨਾਮ ਧਨ ਇਕੱਠਾ ਕਰਨ ਦੀ ਇੱਛਾ ਪੈਦਾ ਕਰੀ ਤੇ ਨਾਮ ਧਨ ਇਕੱਠਾ ਕਰ ਲੂਗਾ। ਕਰਨਾ ਤਾਂ ਨਹੀਂ ਇਕੱਠਾ ਹੈ, ਚਾਹੇ ਨਾਮ ਧਨ ਕਰ ਲਓ ਚਾਹੇ ਮਾਇਆ ਵਾਲਾ ਇਕੱਠਾ ਕਰ ਲਓ। ਮਾਇਆ ਵਾਲਾ ਸਰੀਰ ਦੇ ਕੰਮ ਆਈ ਜਾਊਗਾ ਜਿੰਨਾ ਚਿਰ ਸਰੀਰ ਰਹੂਗਾ, ਨਾਮ ਧਨ ਆਤਮਾ ਦੇ ਕੰਮ ਆਊਗਾ ਜਿੰਨਾ ਚਿਰ ਆਤਮਾ ਨੇ ਰਹਿਣਾ। ਤਾਂ ਹੀ ਪਾਤਸ਼ਾਹ ਨੇ ਆਖਿਆ ਸੀ ਨਾ, ਅੱਗੇ ਭੁੱਖਾ ਕਿਆ ਜਾਏ, ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ। ਕਹਿੰਦੇ ਹੁਣ ਸਮਾਂ ਹੈ, ਬੱਤ ਹੈ, ਸਰੀਰ ਹੈ ਤੇਰੇ ਕੋਲ, ਗੁਰਬਾਣੀ ਹੈ ਤੇਰੇ ਕੋਲ। ਜੇ ਹੁਣ ਨਾ ਹੁਕਮ ਨੂੰ ਪ੍ਰਾਪਤ ਕੀਤਾ ਫਿਰ ਕਹਿੰਦੇ ਭੁੱਖ ਲੱਗੂ, ਫਿਰ ਕੀ ਖਾਏਗਾ। ਆਹ ਮਾਇਆ ਨੇ ਤਾਂ ਤੇਰੀ ਨਾਲ ਨਹੀਂ ਜਾਣਾ, ਇਹ ਤਾਂ ਤੇਰੀ ਇੱਥੇ ਰਹਿ ਜਾਣੀ। ਇਹ ਤਾਂ ਉਨਾ ਚਿਰ ਜਿੰਨਾ ਚਿਰ ਤੇਰੇ ਕੋਲ ਸਰੀਰ ਹੈ। ਜਿੱਦਣ ਸਰੀਰ ਛੁੱਟ ਗਿਆ ਅਗਲਾ ਸਫ਼ਰ ਫਿਰ ਜੀਵ ਆਤਮਾ ਨੇ ਤੈਅ ਕਰਨਾ ਹੈ। ਸੋ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਮਨਾ ਇਹ ਇੱਛਾ ਸਵੈ ਆਪਣੀ ਰੱਖ ਪੂਰੀ ਕਰ। ਨਾਨਕ ਦਾਸ ਇਹ ਸੁਖ ਮੰਗੈ। ਨਾਨਕ ਜੀ ਕਹਿੰਦੇ, ਗੁਰੂ ਨਾਨਕ ਸਾਹਿਬ, ਕਿ ਮੈਂ ਤਾਂ ਦਾਸ ਹਾਂ, ਦਾਸ ਬਣੇ ਤੋਂ ਬਿਨਾਂ ਇਹ ਚੀਜ਼ ਪ੍ਰਾਪਤੀ ਨਹੀਂ ਹੁੰਦੀ। ਇਹ ਸੁੱਖ ਮੰਗਦਾ ਵੀ ਮੈਂ ਤਾਂ ਇਹ ਸੁੱਖ ਮੰਗਦਾ। ਮੋਕੋ ਕਰ ਸੰਤਨ ਕੀ ਧੂਰੇ, ਸੰਤਨ ਹੈ ਸਾਰਾ ਸੱਚਖੰਡ। ਜਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ 15 ਭਗਤ ਸਾਹਿਬਾਨ, ਭਗਤ ਧਰੂੰ ਜੀ, ਭਗਤ ਪ੍ਰਹਲਾਦ ਜੀ, ਸਦਨਾ ਜੀ, ਜਿੰਨੇ ਵੀ ਗੁਰਮੁਖ ਪਹਿਲਾਂ ਹੋਏ ਨੇ ਜਿਨ੍ਹਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਸੀ, ਉਹ ਸਾਰੇ ਕਿ ਸੰਤਨ ਕੀ ਧੂਰੇ, ਜਿਹੜਾ ਸੱਚਖੰਡ ਦਾ ਹੁਕਮ ਹੈ, ਧੂਰ ਹੁੰਦੀ ਹੈ ਹੁਕਮ, ਉਹ ਬਹੁਤ ਬਰੀਕ ਹੈ, ਉਹ ਮਾਇਆ 'ਚ ਨਹੀਂ ਦਿਸਦਾ, ਉਹ ਅੰਦਰ ਹਿਰਦੇ 'ਤੇ ਹੀ ਪੈਂਦਾ। ਜਿਵੇਂ ਬਰੀਕ ਧੂੜੀ ਅੱਖਾਂ ਨੂੰ ਨਹੀਂ ਨਾ ਦੀਂਦੀ, ਇਸੇ ਤਰ੍ਹਾਂ ਇਹਨਾਂ ਅੱਖਾਂ ਨਾਲ ਉਹ ਬਰੀਕ ਨਾਮ ਵੀ ਨਹੀਂ ਦਿੰਦਾ ਹੈ। ਉਹ ਹਿਰਦੇ 'ਚ ਟਿਕਦਾ ਆ ਕੇ, ਹਿਰਦੇ 'ਚ ਧੂੜ ਪੈਂਦੀ ਹੈ। ਕਹਿੰਦੇ ਉਹ ਚਾਹੀਦੀ ਹੈ, ਤੁਸੀਂ ਮੈਨੂੰ ਆਪਣੀ ਰਜ਼ਾ ਵਿੱਚ ਰੱਖੋ, ਆਪਣੇ ਹੁਕਮ ਵਿੱਚ ਰੱਖੋ। ਸੋ ਜਦੋਂ ਹੁਕਮ ਪ੍ਰਗਟ ਹੋ ਜਾਂਦਾ ਹੈ ਗੁਰਮੁਖਾਂ ਦੇ ਹਿਰਦੇ 'ਚ, ਫਿਰ ਜਦੋਂ ਹੁਕਮ ਪ੍ਰਗਟ ਹੋਣ ਤੋਂ ਬਾਅਦ ਬੋਲਦੇ ਆ, ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ,
ਪਰ ਜਿਹੜੇ ਫਿਰ ਝੂਠ ਬੋਲਦੇ ਹੁੰਦੇ ਆ ਫਿਰ ਉਹਨਾਂ ਨੂੰ ਤਾਂ ਭਾਈ ਤਕਲੀਫ ਹੋਊਗੀ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਨੂੰ ਰੱਦ ਕਰਦਾ ਹੈ, ਸੱਟ ਵੱਜਦੀ ਹੈ। ਫਿਰ ਉਹ ਵੀ ਆਪਣਾ ਜ਼ੋਰ ਲਾਉਂਦੇ ਆ, ਉਹਨਾਂ ਨੂੰ ਫਿਰ ਸਰੀਰ ਦੀਦਾ ਹੁੰਦਾ ਬਾਹਰ ਬੋਲਦਾ, ਫਿਰ ਉਹ ਸਰੀਰ ਤੇ ਅਟੈਕ ਕਰਦੇ ਆ। ਗੁਰਮੁਖ ਉਹਨਾਂ ਦੀ ਵਿਚਾਰ ਤੇ ਅਟੈਕ ਕਰਦਾ, ਸਰੀਰ ਤੇ ਨਹੀਂ ਕਰਦਾ। ਸੋ ਜਿਵੇਂ ਪਹਿਲਾਂ ਧਰੋਂ ਜੀ ਤੇ ਭਗਤ ਪ੍ਰਹਿਲਾਦ ਜੀ ਸਾਹਿਬ ਤੋਂ ਲੈ ਕੇ ਸ੍ਰੀ ਭਗਤ ਕਬੀਰ ਜੀ ਸਾਹਿਬ ਨੇ ਜਦੋਂ ਸੱਚ ਦੀ ਵਿਚਾਰਧਾਰਾ ਨੂੰ ਪ੍ਰਗਟ ਕੀਤਾ ਤਾਂ ਝੂਠੀ ਵਿਚਾਰਧਾਰਾ ਵਾਲਿਆਂ ਨੇ ਸ੍ਰੀ ਕਬੀਰ ਸਾਹਿਬ ਜੀ ਨੂੰ ਨਕਾਰਿਆ। ਸੋ ਸੱਚ ਸੱਚ ਹੀ ਹੁੰਦਾ ਹੈ। ਸਾਰੀ ਵਿਚਾਰ ਦਾ ਸਿੱਟਾ ਇਹੀ ਹੈ ਕਿ ਵਿਵੇਕ ਬੁੱਧ ਹੀ ਇੱਕ ਅਜਿਹੀ ਬੁੱਧ ਹੈ ਜਿਸ ਵਿੱਚੋਂ ਤਰਕ ਪੈਦਾ ਹੋ ਸਕਦਾ ਹੈ। ਭਰਮ ਗਿਆਨੀ ਦੀ ਕੁਬੁੱਧ ਵਿੱਚੋਂ ਤਾਂ ਕੁਤਰਕ ਵਾ ਹੁਜਤੀ ਪੈਦਾ ਹੋਇਆ ਕਰਦੀ ਹੈ। ਜਦੋਂ ਕੋਈ ਜਗਿਆਸੂ ਸੱਚ ਨੂੰ ਜਾਣਨ ਦੀ ਇੱਛਾ ਨਾਲ ਕਿਸੇ ਧਾਰਮਿਕ ਆਗੂ ਪਾਸੋਂ ਕੁਝ ਜਾਣਕਾਰੀ ਪ੍ਰਾਪਤ ਕਰਨ ਹਿੱਤ ਪ੍ਰਸ਼ਨ ਕਰਦਾ ਹੈ ਅਤੇ ਉਸ ਦਾ ਜਵਾਬ ਉਸ ਧਾਰਮਿਕ ਆਗੂ ਪਾਸ ਨਹੀਂ ਹੁੰਦਾ, ਤਾਂ ਜਗਿਆਸੂ ਦੀ ਅਵਸਥਾ ਉਸ ਧਾਰਮਿਕ ਆਗੂ ਨਾਲੋਂ ਉੱਚੀ ਹੁੰਦੀ ਹੈ। ਸੱਚ ਨੂੰ ਜਾਣਨ ਦਾ ਪ੍ਰਸ਼ਨ ਵੀ ਉਸ ਜਗਿਆਸੂ ਦੀ ਵਿਵੇਕ ਬੁੱਧੀ ਤੋਂ ਹੀ ਉਪਜਿਆ ਹੁੰਦਾ ਹੈ। ਸੱਚ ਦੀ ਜਾਣਕਾਰੀ ਪ੍ਰਾਪਤ ਕਰ ਰਹੀ ਬੁੱਧੀ ਨੂੰ ਹੀ ਵਿਵੇਕ ਬੁੱਧ ਹੀ ਆਖਿਆ ਜਾਵੇਗਾ, ਭਾਵੇਂ ਉਸ ਸਮੇਂ ਉਹ ਅਧੂਰੀ ਹੀ ਕਿਉਂ ਨਾ ਹੋਵੇ। ਵਿਵੇਕ ਬੁੱਧੀ ਦੁਆਰਾ ਕੀਤਾ ਗਿਆ ਹਰ ਪ੍ਰਸ਼ਨ ਸਵਾਲ ਪਖੰਡੀਆਂ ਲਈ ਤਰਕੀ ਹੁੰਦਾ, ਜਦੋਂ ਕਿ ਸੱਚੇ ਪੁਰਸ਼ ਲਈ ਜਗਿਆਸੂ ਦਾ ਅਜਿਹਾ ਕਰਨਾ ਹਰ ਪ੍ਰਸ਼ਨ ਉਸ ਦੀ ਪ੍ਰਗਤੀਸ਼ੀਲ ਦਾ ਸੁਨੇਹਾ ਹੁੰਦਾ ਹੈ। ਕਿਉਂਕਿ ਜਿੱਥੇ ਤਰਕ ਨਹੀਂ ਹੁੰਦਾ ਉੱਥੇ ਭਰਮ ਜ਼ਰੂਰ ਹੁੰਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਸ੍ਰੀ ਭਗਤ ਨਾਮਦੇਵ ਜੀ ਪਾਤਸ਼ਾਹ ਕਹਿੰਦੇ ਹੈ, ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਨਾ ਚਾਂਤੀ ਨਾਚਨਾ ਗੋਪੀ ਤੇ ਜਨਾ ਨਈਏ ਤੇ ਬਹਿਰੇ ਕਨਾ। ਉਸ ਸ਼ਬਦ ਦੇ ਵਿੱਚ ਹੀ ਕਹਿੰਦੇ ਆ, ਤਰਕ ਨਾ ਚਾ ਭ੍ਰਮੀਆਂ ਚਾ ਕੇਸਵਾ ਬਚਿਓਨੀ ਅਈਏ ਮਈਏ ਏਕ ਆਨ ਜੀਉ ਤੂੰ ਕੋ ਨਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਨਾ। ਉਸ ਸ਼ਬਦ ਦੇ ਅੰਦਰ ਇਹ ਬਚਨ ਆਉਂਦਾ 693 ਪੰਨੇ ਦੇ ਉੱਪਰ, ਤਰਕ ਨਾ ਚਾ। ਕਹਿੰਦੇ ਜੇ ਤੇਰੇ ਅੰਦਰੋਂ ਤਰਕ ਨਹੀਂ ਪੈਦਾ ਹੋਇਆ ਭ੍ਰਮੀਆਂ ਚ, ਕਹਿੰਦੇ ਫਿਰ ਤੂੰ ਭਰਮ ਚ ਰਹੇ। ਭਰਮ ਬਹੁਤ ਵੱਡੀ ਬਿਮਾਰੀ ਹੈ। ਗੁਰ ਪ੍ਰਸਾਦ ਭਰਮ ਕਾ ਨਾਸ਼। ਸੋ ਤਰਕ ਕਰਨਾ ਬਹੁਤ ਜ਼ਰੂਰੀ ਹੈ, ਪਰ ਤਰਕ ਉਹ ਕਰੇ ਜਿਹਦੇ ਕੋਲ ਸਾਰਾ ਸਲਿਊਸ਼ਨ ਹੈ, ਜਿਹੜਾ ਆਪ ਪੂਰੀ ਤੌਰ ਤੇ ਮੁਕੰਮਲ ਹੈ। ਡਾਕਟਰ ਉਹੀ ਹੁੰਦਾ ਜਿਹਨੇ ਪੂਰਾ ਕੋਰਸ ਕੀਤਾ ਹੁੰਦਾ ਹੈ। ਅਧੂਰਾ ਕੋਰਸ ਕਰਨ ਵਾਲਾ ਵੀ ਡਾਕਟਰ ਕਹਾਉਂਦਾ ਹੈ, ਪਰ ਜਦੋਂ ਉਹਦੇ ਕੋਲੋਂ ਮਰੀਜ਼ ਸਾਂਭ ਨਹੀਂ ਹੁੰਦਾ ਫਿਰ ਕਹਿੰਦਾ ਅੱਗੇ ਲੈ ਜਾਓ। ਇਸ ਤਰ੍ਹਾਂ ਨਹੀਂ ਹੈ, ਗੁਰਮਤ 'ਚ ਇਸ ਤਰ੍ਹਾਂ ਦਾ ਨਹੀਂ ਹੈ। ਸੋ ਗੁਰਮਤ ਹਰ ਇੱਕ ਸਵਾਲ ਦਾ ਜਵਾਬ ਦਿੰਦੀ ਹੈ, ਅਰ ਦਿੱਤਾ ਹੈ ਭਗਤ ਸਾਹਿਬਾਨਾਂ ਨੇ ਵੀ। ਅੱਜ ਗੁਰਬਾਣੀ ਹਰ ਇੱਕ ਸਵਾਲ ਦਾ ਜਵਾਬ ਦਿੰਦੀ ਹੈ, ਪਰ ਲੈਣ ਵਾਲਾ ਹੋਵੇ ਤਾਂ। ਹਰੇਕ ਨੂੰ ਨਹੀਂ ਹੈ, ਕਿਉਂਕਿ ਹਰ ਇੱਕ ਦੇ ਅੰਦਰ ਸਵਾਲ ਪੁੱਛਿਆ ਹੀ ਨਹੀਂ ਜਾਂਦਾ, ਦਵੇ ਵੀ ਕਿਉਂ। ਸੋ ਹੇ ਮੇਰੇ ਮਨਾ, ਗੁਰਬਾਣੀ ਜਿਹੜੇ ਤਰਕ ਕਰਦੀ ਹੈ ਉਹ ਤਰਕ ਜਾਇਜ਼ ਨੇ। ਆਪਣੀ ਰੰਜਿਸ਼ ਰੱਖ ਕੇ ਤਰਕ ਕਰਨੇ ਉਹ ਤਰਕ ਨਹੀਂ ਹੈ, ਉਹ ਕੁਤਰਕ ਹੈ। ਉਹ ਤੁਹਾਡੀ ਕੋਈ ਆਪਣੀ ਰੰਜਿਸ਼ ਹੋ ਸਕਦੀ ਹੈ, ਤੁਹਾਡਾ ਆਪਣਾ ਕੋਈ ਨਿੱਜੀ ਝਗੜਾ ਹੋ ਸਕਦਾ, ਉਹ ਗੱਲ ਵੱਖਰੀ ਹੈ, ਤੁਸੀਂ ਗੁਰਬਾਣੀ ਵਿੱਚ ਵਰਤੋ। ਸੋ ਗੁਰਬਾਣੀ ਦੇ ਸ਼ਬਦ ਇਸ ਤਰੀਕੇ ਨਾਲ ਨਹੀਂ ਵਰਤਣੇ ਚਾਹੀਦੇ, ਤੇ ਜਿਹੜੀ ਤਰਕ ਕਰਨੀ ਹੈ ਉਹ ਸੱਚ ਦੇ ਆਧਾਰ ਤੇ ਕਰੋ, ਜਿਵੇਂ ਗੁਰਬਾਣੀ ਨੇ ਕੀਤੀ ਹੈ। ਸ਼ੁਰੂਆਤ ਹੀ ਗੁਰਬਾਣੀ ਤਰਕ ਤੋਂ ਹੁੰਦੀ ਹੈ, ਇੱਕ ਓਅੰਕਾਰ। ਕਿ ਉਹ ਸਨਾਤਨ ਮੱਤ ਵਿੱਚ ਤਿੰਨ ਮੰਨਦੇ ਸੀ ਵੀ ਇਹੀ ਸਭ ਤੋਂ ਵੱਡੇ ਆ, ਤੇ ਗੁਰਬਾਣੀ ਨੇ ਆਖਿਆ ਵੀ ਨਹੀਂ, ਇਹ ਤਿੰਨ ਵੱਡੇ ਨਹੀਂ ਹੈ, ਇਹਨਾਂ ਤੋਂ ਵੱਡਾ ਵੀ ਕੋਈ ਹੈ। ਔਰ ਉਹਨਾਂ ਨੇ ਉਸ ਗੱਲ ਨੂੰ ਸਿੱਧ ਕਰਕੇ ਵੀ ਦਿਖਾਇਆ ਵੀ ਆਹ ਹੈ ਵੱਡਾ। ਔਰ ਉਸ ਵੇਲੇ ਜਿਹੜੇ ਲੋਕ ਸੀ ਉਹ ਇਹਨਾਂ ਗੱਲਾਂ ਨੂੰ ਮੰਨੇ ਵੀ ਨੇ ਵੀ ਵਾਕਈ ਗੱਲ ਸਹੀ ਹੈ, ਔਰ ਉਹਨਾਂ ਨੇ ਹੀ ਸਿੱਖ ਮੱਤ ਨੂੰ ਧਾਰਨ ਵੀ ਕੀਤਾ। ਪਰ ਜਿਹੜੇ ਉਹਨਾਂ ਦੇ ਧਾਰਮਿਕ ਆਗੂ ਸੀ ਉਹ ਨਹੀਂ ਮੰਨੇ। ਆਗੂ ਕਦੇ ਵੀ ਨਹੀਂ ਮੰਨਦਾ ਹੁੰਦਾ, ਕਿਉਂਕਿ ਆਗੂ ਦੀ ਹਉਮੈ ਤੇ ਸੱਟ ਵੱਜਦੀ ਹੈ। ਦੂਜੇ ਪਾਤਸ਼ਾਹ ਮੰਨ ਗਏ ਸੀ,
ਜਦੋਂ ਭਾਈ ਜੋਧ ਜੀ ਤੋਂ ਉਹਨਾਂ ਨੇ ਗੁਰਬਾਣੀ ਦਾ ਵਚਨ ਸੁਣਿਆ ਤਾਂ ਉਹਨਾਂ ਦੇ ਮਨ ਨੂੰ ਸੱਟ ਵੱਜੀ ਵੀ ਮੈਂ ਤਾਂ ਕੁਝ ਹੋਰ ਪੜ੍ਹਿਆ, ਮੈਂ ਤਾਂ ਕੁਝ ਹੋਰ ਸੁਣਿਆ, ਇਹ ਗੱਲ ਕੁਝ ਹੋਰ ਕਹਿੰਦਾ। ਗੁਰੂ ਨਾਨਕ ਸਾਹਿਬ ਕੋਲ ਗਏ, ਗੁਰੂ ਨਾਨਕ ਸਾਹਿਬ ਨੇ ਸਾਰੀ ਗੱਲ ਸਮਝਾਈ ਵੀ ਗੱਲ ਤਾਂ ਆਹ ਹੈ ਪੁਰਖਾ। ਉਹ ਮੰਨ ਗਏ ਕਿ ਵਾਕਈ ਠੀਕ ਹੈ, ਉਹਨਾਂ ਨੇ ਉਹ ਮਾਰਗ ਛੱਡਿਆ। ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਸੀ, ਗੁਰਬਾਣੀ ਦੀ ਪੰਗਤੀ ਸੁਣੀ, ਆਪਣੀ ਮਨੌਤ ਅੰਦਰ ਝਾਤੀ ਮਾਰੀ ਵੀ ਮੈਂ ਤਾਂ ਇਹਨੂੰ ਇਸ ਤਰ੍ਹਾਂ ਮੰਨਦਾ, ਇੱਥੇ ਆ ਹੈ। ਦੂਜੇ ਪਾਤਸ਼ਾਹ ਕੋਲ ਗਏ, ਉਹਨਾਂ ਨੇ ਦੱਸਿਆ ਵੀ ਪੁਰਖਾ ਗੱਲ ਤਾਂ ਆ ਹੈ। ਉਹ ਮੰਨ ਗਏ, ਛੱਡਤੀ। ਇਹ ਨਹੀਂ ਵੇਖਿਆ ਕਿ ਹੁਣ ਸੰਸਾਰ ਕੀ ਕਹੂਗਾ, ਲੋਕ ਕੀ ਕਹਿਣਗੇ, ਪਰਿਵਾਰ ਕੀ ਕਹੂਗਾ, ਕਿਉਂਕਿ ਫਿਰ ਉਹਨੂੰ ਸਾਰਾ ਕੁਝ ਹੀ ਸਮਝਾਤਾ ਵੀ ਸੰਸਾਰ ਅਸਲ ਵਿੱਚ ਹੈ ਕੀ, ਲੋਕ ਕੀ ਹੁੰਦੇ ਨੇ, ਪਰਿਵਾਰ ਕੀ ਹੈ। ਫੇਰ ਕਿਤੇ ਜਾ ਕੇ ਖੜਾ ਛੱਡਦਾ। ਸਾਨੂੰ ਤਾਂ ਅੱਜ ਤੱਕ ਇਹੀ ਨਹੀਂ ਪਤਾ ਹੈਗਾ ਵੀ ਲੋਕ ਕੀ ਨੇ, ਪਰਿਵਾਰ ਕੀ ਹੈ, ਸੰਸਾਰ ਕੀ ਹੈ। ਭਾਵੇਂ ਅਸੀਂ ਲੱਖ ਗੁਰਬਾਣੀ ਪੜ੍ਹਦੇ ਹਾਂ, ਕਿਉਂਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਨਾ। ਜਿੱਦਣ ਗੁਰਬਾਣੀ ਤੋਂ ਪੜ੍ਹਨ ਲੱਗ ਗਏ ਉਦਣ ਪਤਾ ਲੱਗੂ। ਉਸ ਵੇਲੇ ਲੋਕ ਗੁਰੂ ਨਾਨਕ ਨੂੰ ਪੜ੍ਹਦੇ ਸੀ, ਪਰ ਦੂਜੇ ਪਾਤਸ਼ਾਹ ਨੇ ਗੁਰੂ ਨਾਨਕ ਤੋਂ ਪੜ੍ਹਿਆ ਤਾਂ ਨਾਨਕ ਬਣ ਗਿਆ। ਇਹ ਬਹੁਤ ਵੱਡਾ ਫਰਕ ਹੈ ਗੁਰਬਾਣੀ ਤੋਂ ਤੇ ਗੁਰਬਾਣੀ ਨੂੰ ਪੜ੍ਹਨਾ। ਸੋ ਇਸ ਜਿੰਨਾ ਚਿਰ ਸਾਨੂੰ ਇਸ ਗੱਲ ਦੀ ਨਹੀਂ ਸਮਝ ਲੱਗਦੀ, ਗਾਹਾਂ ਤਾਂ ਬਹੁਤ ਦੂਰ ਦੀ ਖੇਡ ਹੈ। ਸੋ ਆਪਾਂ ਬੇਨਤੀ ਕਰੀਏ ਗੁਰਬਾਣੀ ਦੇ ਅੱਗੇ, ਜਾਂ ਕੋਈ ਸਤਿਪੁਰਖ ਮਿਲਦਾ ਜਿਹਦੇ ਉੱਪਰ ਕਿਰਪਾ ਹੈ, ਪਰਮੇਸ਼ਰ ਦੀ ਸ਼ਬਦ ਗੁਰੂ ਪ੍ਰਗਟ ਹੈ, ਉਹਨਾਂ ਨਾਲ ਵਿਚਾਰ ਕਰੀਏ ਵੀ ਸਾਡੇ 'ਤੇ ਵੀ ਤਰਸ ਖਾਓ, ਸਾਨੂੰ ਵੀ ਸੋਝੀ ਬਖਸ਼ੋ, ਤਾਂ ਕਿ ਸਾਡਾ ਵੀ ਜੀਵਨ ਸਫਲ ਹੋ ਸਕੇ, ਅਸੀਂ ਵੀ ਇਸ ਭਾਵ ਸਾਗਰ ਦੇ ਵਿੱਚੋਂ ਸੁੱਖ ਸਾਗਰ ਵਿੱਚ ਪ੍ਰਵੇਸ਼ ਕਰ ਸਕੀਏ। ਸੋ ਇਹ ਵਿਚਾਰ ਸੀ। ਜੇ ਕਿਸੇ ਕੋਲ ਇਸ ਤੋਂ ਵਧੀਆ ਹੋਰ ਵੀ ਵਿਚਾਰ ਹੈ ਤਾਂ ਉਦਾਸ ਨਾਲ ਜ਼ਰੂਰ ਸਾਂਝੀ ਕਰੇ, ਮੈਨੂੰ ਬੜੀ ਖੁਸ਼ੀ ਹੋਵੇਗੀ। ਕਿਉਂਕਿ ਗੁਰਬਾਣੀ ਦਾ ਵਚਨ ਹੈ ਵੀ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਆਪਾਂ ਆਪਣੇ ਅੰਦਰੋਂ ਔਗੁਣਾਂ ਨੂੰ ਦੂਰ ਕਰੀਏ, ਗੁਣਾਂ 'ਚ ਵਾਧਾ ਕਰੀਏ, ਤਾਂ ਕਿ ਜੀਵਨ ਸਫਲ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।